जी आए नू प्यारे विद्यार्थियों, 7वीं जमात दी पंजाब स्टेट एजुकेशन बोर्ड दी अंग्रेज़ी दी किताब माई इंग्लिश कंपेनियन उसका लैसन नंबर 5 दी हंटर एंड दी डियर शिकारी अते हिरन उसकी एक्टिविटीज़ 7, 8, 9 अते 10 इस वीडियो में करन जा रहे हैं। इन्हां एक्टिविटीज़ का सिरलेख है लर्निंग लैंग्वेज अर्थात बोली की सिखलाई। ਇਹਦੇ ਵਿੱਚ अंग्रेज़ी बोली ਦੇ कोई ਬਰੀਕ ਜਿਹੜੇ कोई व्याकरण ਨਾਲ जुड़े नुकते ने ਉਹਦੇ ਬਾਰੇ ਜਾਣਕਾਰੀ ਹੈਗੀ ਹੈ ਤੇ ਇਹ ਮੈਂ ਤਿਆਰ ਕਰਨ 'ਚ ਥੋੜਾ ਟਾਈਮ ਲੱਗਾ ਮੈਨੂੰ ਕਿਉਂਕਿ ਇਹ 'ਚ ਬਹੁਤ ਜ਼ਿਆਦਾ ਗੱਲਾਂ ਹੈਗੀਆਂ ਨੇ। ਮੈਂ ਇਕੱਠਾ ਇੱਕ ਵੀਡੀਓ ਬਣਾਤਾ ਤੇ ਤੁਸੀਂ ਇਸ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ। ਇਹ 'ਚ ਬਹੁਤ ਇੰਪੋਰਟੈਂਟ ਗੱਲਾਂ ਨੇ ਤੇ ਵੀਡੀਓ ਨੂੰ ਪੌਜ਼ ਕਰੀ ਜਾਣਾ, ਨਾਲ ਦੇ ਨਾਲ ਬਿਲਕੁਲ ਕਾਲੀ ਨਹੀਂ ਕਰਨੀ, ਬਲਕਿ ਲੋੜ ਪਵੇ ਤੇ ਤੁਸੀਂ ਇਹਨੂੰ ਰੁਕ ਰੁਕ ਕੇ ਵੀ ਦੇਖ ਸਕਦੇ ਹੋ ਤੇ ਨਾਲ ਨੋਟਬੁੱਕ ਜ਼ਰੂਰ ਖੋਲ੍ਹ ਲੈਣੀ ਹੈ ਤੇ ਗੱਲਾਂ ਲਿਖੀ ਜਾਣੀਆਂ। ਤੇ ਇਹ ਵੀਡੀਓ ਬਾਰੇ ਮੈਂ ਕਹਿ ਸਕਦਾ ਕਿ ਹੋ ਸਕਦਾ ਤੁਹਾਨੂੰ ਦੁਬਾਰਾ ਦੇਖਣਾ ਪਵੇ, ਸੋ ਤੁਸੀਂ ਇਹਨੂੰ ਡਾਊਨਲੋਡ ਵੀ ਕਰ ਲਓ ਬੇਸ਼ੱਕ ਤੇ ਆਰਾਮ ਦੇ ਨਾਲ ਇਹਨੂੰ ਲਿਖਣਾ। ਇਸ ਤੋਂ ਅੱਗੇ ਵਧਣ ਤੋਂ ਪਹਿਲੇ ਮੈਂ ਦੱਸ ਦਵਾਂ ਪਿਆਰੇ ਵਿਦਿਆਰਥੀਓ ਕਿ 5ਵੀਂ 6ਵੀਂ ਅਤੇ 8ਵੀਂ ਦੇ ਵੀ ਅਸੀਂ ਇੰਗਲਿਸ਼ ਦੇ ਲੈਸਨ ਇਸ ਤਰ੍ਹਾਂ ਸ਼ੁਰੂ ਕਰ ਦਿੱਤੇ ਨੇ, ਸੋ ਇਹੋ ਜਿਹੇ ਵਿਦਿਆਰਥੀਆਂ ਨੂੰ ਵੀ ਦੱਸੋ। 8ਵੀਂ 9ਵੀਂ 10ਵੀਂ ਦੇ ਮੈਥ ਦੇ ਸਵਾਲ ਹੱਲ ਕਰਕੇ ਪਾ ਦਿੱਤੇ ਗਏ ਹਨ, ਉਹ ਵਿਦਿਆਰਥੀਆਂ ਨੂੰ ਦੱਸੋ ਜੇ ਤੁਹਾਨੂੰ ਜਾਣਦੇ ਹੋਣ। ਤੇ 6ਵੀਂ ਜਮਾਤ ਦੀ ਮੈਥ ਦੇ ਸਵਾਲ ਹੱਲ ਕਰਕੇ ਪਾਣੇ ਸ਼ੁਰੂ ਕਰ ਦਿੱਤੇ ਹਨ। 8ਵੀਂ ਦੀ ਸਾਇੰਸ ਦੀ ਐਕਸਰਸਾਈਜ਼ ਦੇ ਸੋਲੂਸ਼ਨ ਹੱਲ ਕਰਕੇ ਪਾਣੇ ਸ਼ੁਰੂ ਕਰ ਦਿੱਤੇ ਹਨ ਤੇ 9th ਔਰ 10th ਦੇ ਸਾਇੰਸ ਦੇ ਨੂਮੈਰੀਕਲਸ ਹੱਲ ਕਰਕੇ ਪਾ ਦਿੱਤੇ ਗਏ ਹਨ। ਸੋ ਇੰਨਾ ਕੰਮ ਹੋ ਗਿਆ, ਬਾਕੀ ਕੰਮ ਜਿਹੜਾ ਹੌਲੀ ਹੌਲੀ ਨਾਲ ਦੇ ਨਾਲ ਚੱਲਦਾ ਰਹੇਗਾ। ਸੋ ਬਾਕੀ ਵਿਦਿਆਰਥੀਆਂ ਨੂੰ ਵੀ ਤੁਸੀਂ ਇਸ ਚੈਨਲ ਬਾਰੇ ਜਾਣਕਾਰੀ ਦਿਓ ਤਾਂ ਕਿ ਉਹ ਵੀ ਇਹਦਾ ਲਾਹਾ ਲੈ ਸਕਣ। ਸੋ ਆਓ ਸ਼ੁਰੂ ਕਰੀਏ। ਡਿਟਰਮੀਨਰਸ, ਇਹ ਬੱਚਿਓ ਇੱਕ ਡਿਟਰਮੀਨਰਸ ਇੱਕ ਸਾਂਝਾ ਵਿਆਕਰਣ ਦੀ ਇੱਕ ਟਰਮ ਹੈਗੀ ਹੈ, ਠੀਕ ਹੈ। ਹੁਣ ਇਹ ਉਦਾਹਰਨ ਰਾਹੀਂ ਸਮਝਾ ਰਹੇ ਨੇ ਤੁਹਾਨੂੰ। ਕਹਿੰਦੇ ਲੈਟ ਅਸ ਲੁੱਕ ਐਟ ਦੀ ਫੋਲੋਇੰਗ ਸੈਂਟੈਂਸਿਸ। ਆਓ ਅਸੀਂ ਹੇਠ ਲਿਖੇ ਵਾਕਾਂ ਤੇ ਇੱਕ ਨਜ਼ਰ ਮਾਰੀਏ। ਦੀ ਰੈਬਿਟ ਫਾਊਂਡ ਇਟਸ ਹੋਲ। ਸ਼ਹਿ ਨੇ ਆਪਣਾ ਬਿੱਲ ਆਪਣਾ ਖੁੱਡ ਲੱਭ ਲਿਆ। ਆਈ ਏਟ ਦੀ ਵਨੀਲਾ ਕੇਕ ਇਨ ਦੀ ਈਵਨਿੰਗ। ਮੈਂ ਵਨੀਲਾ ਕੇਕ ਸ਼ਾਮਾਂ ਨੂੰ ਖਾ ਲਿਆ। ਮੈਟਲ ਕੈਨਸ ਆਰ ਰੀਸਾਈਕਲੇਬਲ। ਜਿਹੜੇ ਧਾਤੂਆਂ ਦੇ ਬਣੇ ਜਿਹੜੇ ਡੱਬੇ ਨੇ ਉਹਨਾਂ ਨੂੰ ਮੁੜ ਕੇ ਰੀਸਾਈਕਲ ਅਰਥਾਤ ਢਾਲ ਕੇ ਧਾਤੂ ਬਣਾ ਕੇ ਮੁੜ ਕੇ ਕੁਝ ਹੋਰ ਬਣਾਇਆ ਜਾ ਸਕਦਾ ਹੈ। ਫਿਰ ਹੈਗਾ ਦੀ ਮੈਟਲ ਕੈਨਸ ਆਰ ਰੀਸਾਈਕਲੇਬਲ। ਹੁਣ ਇਹ ਤੁਸੀਂ ਪਿੱਛੋਂ ਧਿਆਨ ਰੱਖਣਾ ਹੈ। ਦੇਖੋ ਇੱਥੇ ਹੈਗਾ ਮੈਟਲ ਕੈਨਸ, ਇੱਥੇ ਹੈਗਾ ਦੀ ਮੈਟਲ ਕੈਨਸ। ਮੈਟਲ ਬਣੇ ਧਾਤੂ, ਕੈਨ ਦਾ ਮਤਲਬ ਹੁੰਦਾ ਬੱਚਿਓ ਭਾਂਡਾ ਡੱਬਾ। ਜਿੱਦਾਂ ਨਹੀਂ ਸੌਫਟ ਡਰਿੰਕ ਕੈਨ, ਕੋਈ ਡੱਬਾ ਜਿਹਾ ਹੋਵੇ ਅਸੀਂ ਉਹਨੂੰ ਕੈਨ ਕਹਿ ਦਿੰਦੇ ਹਾਂ, ਠੀਕ ਹੈ। ਰੀਸਾਈਕਲ ਵਾਲਾ ਹੁੰਦਾ ਬੱਚਿਓ ਜਿਹੜਾ ਮੁੜ ਕੇ ਢਾਲ ਕੇ ਉਹਨੂੰ ਜਿਹੜੀ ਧਾਤੂ ਤੋਂ ਚੀਜ਼ ਬਣੀ ਹੈ ਉਹਨੂੰ ਮੁੜ ਕੇ ਉਸ ਧਾਤੂ ਦੇ ਰੂਪ ਵਿੱਚ ਉਸ ਚੀਜ਼ ਦੇ ਰੂਪ ਵਿੱਚ ਲੈ ਜਾਈਏ ਕੱਚੇ ਰੂਪ ਵਿੱਚ, ਤੇ ਉਹਨੂੰ ਕਿਹਾ ਜਾਂਦਾ ਰੀਸਾਈਕਲੇਬਲ, ਠੀਕ ਹੈ। ਹੁਣ ਕਹਿੰਦੇ ਦੀ ਬੋਲਡ ਵਰਡਸ ਅਬਵ ਆਰ ਡਿਟਰਮੀਨਰਸ। ਬੋਲਡ ਮੈਨੇ ਜਿਹੜੇ ਮੋਟੇ ਅੱਖਰਾਂ ਵਿੱਚ ਜਿਹੜੇ ਸ਼ਬਦ ਲਿਖੇ ਨੇ ਦੀ ਦੀ ਇਹ ਡਿਟਰਮੀਨਰ ਨੇ ਹੈਗੇ ਨੇ। ਇਹ ਡਿਟਰਮੀਨਰ ਦਾ ਇੱਕ ਉਦਾਹਰਣ ਹੈ। ਡਿਟਰਮੀਨਰ ਹੋਰ ਵੀ ਹੁੰਦੇ ਨੇ, ਉਹ ਅੱਗੇ ਜਾ ਕੇ ਦੇਖਾਂਗੇ, ਪਰ ਤੁਸੀਂ ਇਹ ਧਿਆਨ ਰੱਖਿਓ ਇਹਦਾ ਹੁਣ ਅੱਗੇ ਸਲਾਈਡ ਵਿੱਚ ਇਹਦਾ ਜ਼ਿਕਰ ਆਏਗਾ। ਇੱਥੇ ਮੈਟਲ ਕੈਨਸ ਰੀਸਾਈਕਲੇਬਲ ਹੈਗਾ, ਇੱਥੇ ਦੀ ਮੈਟਲ ਕੈਨਸ ਆਰ ਰੀਸਾਈਕਲੇਬਲ ਹੈਗਾ, ਠੀਕ ਹੈ। ਆਓ ਹੁਣ ਅੱਗੇ ਚਲੀਏ। ਕਹਿੰਦੇ ਡਿਟਰਮੀਨਰਸ ਆਰ ਵਰਡਸ ਲਾਈਕ ਦੀ ਐਨ ਦਿਸ ਔਰ ਸਮ। ਮਤਲਬ ਕਿ ਇਹ ਹੋਰ ਉਦਾਹਰਨ ਤੇ ਨੇ, ਦੀ ਹੋ ਗਿਆ, ਐਨ ਹੋ ਗਿਆ, ਇਹ ਹੋ ਗਿਆ, ਦਿਸ ਹੋ ਗਿਆ, ਦੀਜ਼ ਹੋ ਗਿਆ, ਦੋਜ਼ ਹੋ ਗਿਆ, ਸਮ ਹੋ ਗਿਆ, ਹੋਰ ਵੀ ਆਣਗੇ ਅੱਗੇ ਆਣਗੇ, ਠੀਕ ਹੈ। that always come before a noun or before any other adjectives used before the noun। ਹੁਣ ਤੁਸੀਂ ਇਹਨੂੰ ਛੋਟਾ ਜਿਹਾ ਕਰਕੇ ਲਿਖ ਲਓ, ਪੂਰਾ ਸੈਂਟੈਂਸ ਲਿਖਣ ਦੀ ਲੋੜ ਨਹੀਂ। ਅਰਥਾਤ ਜਿਹੜਾ ਨਾਮ ਤੋਂ ਪਹਿਲੇ ਆਵੇ ਤੇ ਨਾਮ ਦੇ ਵਿਸ਼ੇਸ਼ਣ ਤੋਂ ਪਹਿਲੇ ਆਵੇ ਉਹਨੂੰ ਡਿਟਰਮੀਨਰ ਕਹਿੰਦੇ ਨੇ, ਠੀਕ ਹੈ। ਉਹ ਹਮੇਸ਼ਾ ਡਿਟਰਮੀਨਰ ਜਿਹੜਾ ਹੈ ਹਮੇਸ਼ਾ ਨਾਮ ਤੋਂ ਪਹਿਲਾਂ ਆਉਂਦਾ ਹੈ ਤੇ ਜਾਂ ਜੋ ਐਡਜੈਕਟਿਵ ਹੈਗਾ ਫॉर द ਨਾउन, ਨਾਮ ਦੇ ਵਿਸ਼ੇਸ਼ਣ ਵਾਸਤੇ ਜੋ ਸ਼ਬਦ ਵਰਤਿਆ ਜਾਂਦਾ ਉਸ ਤੋਂ ਪਹਿਲੇ ਆਉਂਦਾ ਹੈ ਡਿਟਰਮੀਨਰ, ਠੀਕ ਹੈ। ਫਿਰ ਅਗਲੀ ਗੱਲ ਹੈ ਡਿਟਰਮੀਨਰਸ ਆਰ ਨੀਡਡ ਬਿਫੋਰ ਅ ਸਿੰਗੂਲਰ ਨਾउन। ਜਿਹੜੇ ਇੱਕ ਵਚਨ ਨਾਮ ਹੁੰਦੇ ਨੇ ਉਹਨਾਂ ਤੋਂ ਪਹਿਲੇ ਇਹਦੀ ਲੋੜ ਪੈਂਦੀ ਹੈ, ਠੀਕ ਹੈ, ਜ਼ਿਆਦਾਤਰ। ਬਟ ਵੀ ਮੇ ਔਰ ਮੇ ਨਾਟ ਯੂਜ਼ ਇਟ ਵੈਨ ਟਾਕਿੰਗ ਅਬਾਊਟ ਪਲੂਰਲ ਨਾउन्स। ਪਰ ਜਿਹੜੇ ਪਲੂਰਲ ਨਾउन ਨੇ, ਬਹੁਵਚਨ ਨਾਮ ਨੇ, ਉਹਨਾਂ ਲਈ ਵਰਤਿਆ ਵੀ ਜਾ ਸਕਦਾ ਹੈ ਤੇ ਉਹਨਾਂ ਲਈ ਨਹੀਂ ਵੀ ਵਰਤਿਆ ਜਾ ਸਕਦਾ।
ठीक है। पर ਜਿਹੜੇ ਇਕਵਚਨ ਨਾਮ ਨੇ ਉਹਨਾਂ ਲਈ ਇਹ ਵਰਤਿਆ ਜਾਂਦਾ ਹੈ, ਤੇ ਜਿਹੜੇ ਬਹੁਵਚਨ ਨਾਮ ਨੇ, ਪਲੂਰਲ ਨਾਮ ਨੇ, ਉਹਨਾਂ ਲਈ ਹੋ ਸਕਦਾ ਵਰਤਿਆ ਵੀ ਜਾਵੇ, ਹੋ ਸਕਦਾ ਨਾ ਵੀ ਵਰਤਿਆ ਜਾਵੇ। ਹੁਣ ਇਹ ਗੱਲ ਵੀ ਇੱਕ ਪੁਆਇੰਟ ਕਰਕੇ ਤੁਸੀਂ ਨੋਟ ਕਰ ਲਓ, ਠੀਕ ਹੈ। ਆਓ ਅੱਗੇ ਚਲੀਏ। ਫॉर एग्जाम्पल, लुक एट दी प्लेसमेंट एंड यूसेज ऑफ दी कॉमन डिटरमिनर्स दी इन दी सेंटेंसिस अबव। ਜਿਹੜੇ ਅਸੀਂ 4 ਵਾਕ ਪੜ੍ਹੇ ਨੇ ਉੱਪਰ, ਉਹ 'ਚ ਦੀ ਵਰਤਿਆ ਗਿਆ, ਦੀ ਹੈ ਨਾ। ਇਹ ਜਿੱਦਾਂ ਆਈ ਏਟ ਦੀ ਵਨੀਲਾ ਕੇਕ ਇਨ ਦਾ ਈਵਨਿੰਗ, ਦੀ ਰੈਬਿਟ ਫਾਊਂਡ ਇਟਸ ਹੋਲ, है ना। मैटल कैनस आर रीसाइकलेबल, दी मैटल कैनस आर रीसाइकलेबल। देखो इन ऑल दी एग्जाम्पल, सारे एग्जाम्पलों में दी डिटरमिनर इज प्लेस बिफोर द नाउन। देखो रैबिट नाउन है, वो तो पहले वरत्या गया, ठीक है। फिर उस तो बाद आई एट दी वनीला केक, हुण वनीला की एडजैक्टिव है, ठीक है, तो कि एडजैक्टिव है आइसक्रीम का, ठीक है। ईवनिंग की है, वो भी नाउन है। सो आई एट दी वनीला केक इन दी ईवनिंग, ठीक है, दी पहले। फिर अगला आ गया वैदर नाउन इज सब्जैक्ट और दी ऑब्जैक्ट, चाहे नाउन करता होवे या कर्म होवे, अर्थात नाउन या करन वाला होवे या जेते कोई चीज़ की जा रही, क्रिया की जा रही है, चाहे वो ऑब्जैक्ट होवे या सब्जैक्ट होवे या ऑब्जैक्ट होवे, वो तो पहले डिटरमिनर आंदा है। ये मैटल कैंस, मैटल कैंस की है, वो तो नहीं भी आया, यह बहुवचन आ गया, प्लूरल आ गया, तो मैटल कैंस दी है। दी मैटल कैंस का मतलब खास मैटल कैंस की गल हो रही, ਜਿਹੜੇ ਮੇਰੇ ਘਰ ਵਿੱਚ ਪਏ ਨੇ, ਉਹਦੀ ਮੈਂ ਹੋ ਸਕਦਾ ਗੱਲ ਕਰ ਰਿਹਾ ਹਾਂ, ਜਾਂ ਕਿਸੇ ਦੁਕਾਨ ਤੇ ਜਾ ਕੇ ਢੇਰ ਲਗਾਇਆ ਉਹਦੀ ਗੱਲ ਕਰ ਰਿਹਾ। ਪਰ ਜਦੋਂ ਮੈਂ ਕਹਿੰਦਾ ਮੈਟਲ ਕੈਨ ਸਾਰੀ ਰੀਸਾਈਕਲੇਬਲ, ਮੈਂ ਸਾਰੀ ਦੁਨੀਆ 'ਚ ਜਨਰਲ ਤੌਰ ਤੇ, ਆਮ ਤੌਰ ਤੇ ਕਹਿੰਦੇ ਹਾਂ ਵੀ ਜਿਹੜੇ ਮੈਟਲ ਕੈਨ ਨੇ ਉਹਨਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ। ਹੁਣ ਅੱਗੇ ਹੋਰ ਚਲੀਏ, ਇਹਦਾ ਜ਼ਿਕਰ ਹੈਗਾ। ਦੇਖੋ ਇਨ ਦੀ ਫਸਟ ਐਗਜ਼ਾਮਪਲ ਇਟ ਕਮਸ ਡਾਇਰੈਕਟਲੀ ਬਿਫੋਰ ਦਾ ਨਾउन। ਪਹਿਲਾ ਐਗਜ਼ਾਮਪਲ ਕੀ ਸੀ, ਦੀ ਰੈबिट फाउंड इट्स होल, रैबिट की है, नाउन है, वो तो पहले दी आ गया, ठीक है। इन दी सैकेंड इट कम्स बिफोर एडजैक्टिव, है ना। जड़ा केक है, केक नाउन है, तो वनीला उस केक का एडजैक्टिव है, तो पहले आया आई एट दी केक, ठीक है ना। सो है सानू पता लग गया कि नाउन तो पहले आया तो एडजैक्टिव तो पहले आया। हुण अगे देखिए, दो एग्जाम्पल है। देखो इन दी थर्ड एग्जाम्पल देयर इज नो डिटरमिनर एज डिटरमिनर्स आर ऑप्शनल फॉर प्लूरल नाउन्स एंड नाउन फ्रेजिज, ठीक है ना बच्चों। उन्होंने गल कही सी पहली, ਹੁਣ ਉਦਾਹਰਨ ਅਸੀਂ ਸਾਨੂੰ ਸਮਝ ਆ ਗਈ ਕਿ ਜਿੱਥੇ ਪਲੂਰਲ ਨਾउन ਹੈ ਉੱਥੇ ਦੀ ਆ ਵੀ ਸਕਦਾ ਹੈ, ਨਹੀਂ ਵੀ ਆ ਸਕਦਾ, ਮਤਲਬ ਕਿ ਡਿਟਰਮੀਨਰ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ। ਜਦੋਂ ਨਹੀਂ ਆਇਆ ਮੈਟਲ ਕੈਨਸ ਆਰ ਰੀਸਾਈਕਲੇਬਲ, ਇਹਦਾ ਮਤਲਬ ਜਨਰਲ ਆਮ ਤੌਰ ਤੇ ਅਸੀਂ ਮੈਟਲ ਕੈਨਸ ਦੀ ਗੱਲ ਕਰਦੇ ਪਏ ਹਾਂ। ਤੇ ਫੋਰਥ ਐਗਜ਼ਾਮਪਲ ਵਿੱਚ, ਚੌਥੇ ਐਗਜ਼ਾਮਪਲ ਕਿਹਾ ਦੀ ਮੈਟਲ ਕੈਨਸ ਆ ਡਿਟਰਮੀਨਰ ਹੈਜ਼ ਬੀਨ ਐਡਿਡ, ਡਿਟਰਮੀਨਰ ਨੂੰ ਜੋੜਿਆ ਗਿਆ ਹੈ ਟੂ ਰੈਫਰ ਟੂ ਦੀ ਸਪੈਸੀਫਿਕ ਨਾउन, ਸਪੈਸੀਫਿਕ ਉਹਦੇ ਖਾਸ ਨਾਮ ਦੀ ਗੱਲ ਹੋ ਰਹੀ ਹੈ। ਦੀ ਮੈਟਲ ਕੈਨਸ, ਦੀ ਮੈਟਲ ਕੈਨਸ ਹੋ ਸਕਦਾ ਮੈਂ ਕਿਤੇ ਢੇਰ ਦੀ ਗੱਲ ਕਰ ਰਿਹਾ ਹਾਂ, ਮੈਟਲ ਕੈਨ ਦੇ ਢੇਰ ਲੱਗਾ ਹੈ ਮੇਰੇ ਘਰ ਵਿੱਚ, ਜਿਹੜੇ ਮੈਟਲ ਕੈਨ ਪਏ ਨੇ ਮੇਰੇ ਗੋਦਾਮ ਵਿੱਚ ਪਏ ਨੇ, ਮੇਰੀ ਦੁਕਾਨ ਵਿੱਚ ਪਏ ਨੇ, ਮੇਰੀ ਫੈਕਟਰੀ ਵਿੱਚ ਪਏ ਨੇ, ਮੈਂ ਉਹ ਮੈਟਲ ਕੈਨਸ ਦੀ ਗੱਲ ਕਰ ਰਿਹਾ। ਤਾਂ ਮੈਂ ਕਹਿ ਰਿਹਾ ਇਹ ਵਾਲੇ ਮੈਟਲ ਕੈਨਸ ਜਾਂ ਉਹ ਵਾਲੇ ਮੈਟਲ ਕੈਨਸ ਜਿਹੜੇ ਨੇ ਉਹ ਰੀਸਾਈਕਲ ਕੀਤੇ ਜਾ ਸਕਦੇ ਹਨ। ਸੋ ਮੈਂ ਆਸ ਕਰਦਾ ਇੰਨੀ ਗੱਲ ਤੁਹਾਨੂੰ ਸਮਝ ਆ ਗਈ ਹੋਏਗੀ। ਆਓ ਹੁਣ ਅੱਗੇ ਤੁਰੀਏ। ਫਿਰ ਅੱਗੇ ਆ ਗਿਆ ਬੱਚਿਓ, ਕਹਿੰਦੇ देयर आर 4 डिफरेंट टाइप्स ऑफ डिटरमिनर्स इन इंग्लिश। ਹੁਣ ਲਿਖ ਲਓ ਤੁਸੀਂ, ਵੈਸੇ ਆਪਣੇ 1 2 3 4 ਨੰਬਰ ਕਰਕੇ ਲਿਖ ਲਓ। ਇੱਕ ਹੁੰਦੇ ਨੇ ਆਰਟੀਕਲਸ, ਜਿਹਨੂੰ ਨੇ ਏ ਐਂਡ ਦੀ, ਅੱਗੇ ਸਾਰੇ ਆਣਗੇ ਦੱਸਾਂਗੇ ਤੁਹਾਨੂੰ। ਡਿਮੋਨਸਟ੍ਰੇਟਿਵ, ਇਹਨੂੰ ਦਿਸ ਦੈਟ ਦੀਜ਼ ਦੋਜ਼, ਇਹ ਹੋ ਗਏ। ਫਿਰ ਕੁਆਂਟੀਫਾਇਰਸ, ਕੁਆਂਟੀਫਾਇਰ ਬੱਚੇ ਹੁੰਦੇ ਨੇ ਜੋ ਕਿਸੇ ਚੀਜ਼ ਦੀ ਨਾउन ਦੀ ਗਿਣਤੀ ਜਾਂ ਮਾਪ ਦੱਸਣ, ਜਿੱਦਾਂ ਕਿੰਨਾ, 4 5 6 7, ਮੈਨੀ ਥੋੜੇ ਜ਼ਿਆਦਾ, ਕਿੰਨੇ, ਹੈ ਨਾ, ਉਹਨੂੰ ਕਹਿੰਦੇ ਕੁਆਂਟੀਫਾਇਰਸ। ਤੇ ਇੱਕ ਹੁੰਦੇ ਨੇ ਪੋਜੈਸਿਵਸ, ਪੋਜੈਸਿਵ ਹੁੰਦਾ ਬੱਚਿਓ ਪੋਜੈਸ਼ਨ, ਜਿਹੜੇ ਮਲਕੀਅਤ ਦਰਸਾਉਣ, ਮਲਕੀਅਤ, ਜਿੱਦਾਂ ਮੇਰਾ, ਮੇਰੀ, ਮੇਰੇ, ਸਾਡਾ, ਸਾਡੀ, ਸਾਡੇ, ਤੁਹਾਡਾ, ਤੁਹਾਡੀ, ਤੁਹਾਡੇ, ਸੈਕਿੰਡ ਪਰਸਨ 'ਚ ਹੋ ਗਿਆ। ਥਰਡ ਪਰਸਨ ਵਿੱਚ ਉਹਦਾ, ਉਹਦੀ, ਉਹਦੇ। ਤੇ ਇਹ ਜਿਹੜੇ ਹੁੰਦੇ ਨੇ ਬੱਚਿਓ ਇਹਨੂੰ ਕਿਹਾ ਜਾਂਦਾ ਹੈ ਪੋਜੈਸਿਵਸ। ਇੰਗਲਿਸ਼ ਵਿੱਚ ਕਹਾਂਗੇ ਮਾਈ, ਆਵਰ, ਯੂ, ਯੂਅਰ, ਤੇ ਉਹਦਾ ਕਹਾਂਗੇ ਹਿਜ਼, ਹਰ, ਇਟਸ ਤੇ ਦੇਅਰ। ਸੋ ਇਹ ਬੱਚੇ 4 ਜਿਹੜੇ ਨੇ ਬੜਾ ਹੀ ਇੰਪੋਰਟੈਂਟ ਲੈਸਨ ਹੈ। ਜੇ ਤੁਸੀਂ 7ਵੀਂ ਕਲਾਸ ਵਿੱਚ ਇਹਨੂੰ ਪੱਕਾ ਕਰ ਲਿਆ ਤੇ ਤੁਹਾਡੀ ਅੰਗਰੇਜ਼ੀ ਦੀ ਬਹੁਤ ਸਾਰੀ ਸਮੱਸਿਆਵਾਂ ਉੱਦਾਂ ਹੀ ਹੱਲ ਹੋ ਜਾਣਗੀਆਂ। ਮੈਂ ਤਾਂ ਕਹਿ ਰਿਹਾ ਮੈਂ ਇਸ ਲੈਸਨ ਨੂੰ ਤਿਆਰ ਕਰਨ ਨੂੰ ਕਾਫੀ ਟਾਈਮ ਲਾਇਆ, ਮੈਨੂੰ ਕਿਸ਼ਤਾਂ ਵਿੱਚ ਕੀਤਾ ਹੈ, ਕਿਉਂਕਿ ਇਹ ਕਾਫੀ ਵੱਡਾ ਲੈਸਨ ਹੈਗਾ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ। ਆਰਟੀਕਲਸ, ਡਿਮੋਨਸਟ੍ਰੇਟਿਵਸ, ਕੁਆਂਟੀਫਾਇਰਸ ਤੇ ਪੋਜੈਸਿਵਸ, ਇਹ 4 ਕਿਸਮ ਦੇ ਡਿਟਰਮੀਨਰ ਹੁੰਦੇ ਨੇ।
ਤੇ ਚਾਰਾਂ ਦੇ ਉਦਾਹਰਣ ਤੇ ਐਕਟੀਵਿਟੀ ਜਿਹੜੀ ਹੈ ਅਸੀਂ ਅੱਗੇ ਹੁਣ ਕਰਨ ਜਾ ਰਹੇ ਹਾਂ। ਇਹ ਦੇਖੋ ਪਹਿਲਾ ਆ ਗਿਆ ਆਰਟੀਕਲਸ। ਆਰਟੀਕਲਸ ਆਰ ਅਮੰਗ ਦੀ ਮੋਸਟ ਕਾਮਨ ਆਫ ਡਿਟਰਮੀਨਰਸ, ਅਰਥਾਤ ਸਭ ਤੋਂ ਜਿਹੜੇ ਆਮ ਵਰਤੇ ਜਾਣ ਵਾਲੇ ਡਿਟਰਮੀਨਰ ਹੈਗੇ ਨੇ ਉਹ ਆਰਟੀਕਲਸ ਨੇ। ਤੇ ਆਰਟੀਕਲਸ ਤਿੰਨ ਹੈਗੇ ਨੇ, ਐਜ਼ ਯੂ ਆਰ ਅਵੇਅਰ ਦੇयर ਆਰ 3 ਸਿੰਗੂਲਰ ਆਰਟੀਕਲਸ, ਇੱਕ ਹੈਗਾ ਏ, ਐਨ ਤੇ ਦੀ। ਠੀਕ ਹੈ ਬੱਚਿਓ। ਸੋ ਆਰਟੀਕਲਸ ਸਪੈਸੀਫਾਈ ਔਰ ਡਿਟਰਮਿਨ, ਤਾਂ ਹੀ ਇਹਨਾਂ ਨੂੰ ਡਿਟਰਮੀਨਰ ਕਿਹਾ ਜਾਂਦਾ ਹੈ। ਡਿਟਰਮੀਨਰ ਕੀ ਹੁੰਦੇ ਨੇ? ਜੋ ਡਿਟਰਮਿਨ ਕਰਦੇ ਨੇ, ਜੋ ਪਤਾ ਲਗਾਉਂਦੇ ਨੇ ਵੀ ਕਿਹਦੀ ਗੱਲ ਹੋ ਰਹੀ ਹੈ। ਠੀਕ ਹੈ। ਵਿਚ ਨਾउन ਦੀ ਸਪੀਕਰ ਇਜ਼ ਰੈਫਰਿੰਗ ਟੂ, ਵੀ ਜਿਹੜਾ ਬੋਲਣ ਵਾਲਾ ਹੈ ਉਹ ਕਿਹੜੇ ਨਾਮ ਦੀ ਗੱਲ ਕਰ ਰਿਹਾ ਹੈ, ਉਹ ਇਸ ਗੱਲ ਨੂੰ ਡਿਟਰਮਿਨ ਕਰਦੇ ਨੇ। ਠੀਕ ਹੈ। ਫਿਰ ਕਹਿੰਦੇ ਏ ਐਂਡ ਐਨ ਆਰ ਇਨਡੈਫੀਨਿਟ ਆਰਟੀਕਲਸ। ਫਿਰ ਅਗਲੀ ਇਹਨਾਂ ਦੀ ਵੰਡ ਆ ਗਈ। ਆਰਟੀਕਲਸ ਹੋ ਗਏ ਤਿੰਨ ਕਿਸਮ ਦੇ, ਏ ਐਨ ਦੀ, ਤੇ ਇਹ ਦੋ ਜਿਹੜੇ ਨੇ ਏ ਔਰ ਐਨ, ਇਹਨਾਂ ਨੂੰ ਕਿਹਾ ਜਾਂਦਾ ਹੈ ਇਨਡੈਫੀਨਿਟ ਆਰਟੀਕਲਸ। ਠੀਕ ਹੈ। ਦੇ ਆਰ ਯੂਜ਼ਡ ਵੈਨ ਯੂ ਆਰ ਟਾਕਿੰਗ ਅਬਾਊਟ ਅ ਜਨਰਲ ਵਰਸ਼ਨ ਆਫ ਦੀ ਨਾउन, ਜਦੋਂ ਅਸੀਂ ਕਿਸੇ ਵੀ ਨਾਮ ਦੀ, ਕਿਸੇ ਨਾउन ਦੀ ਆਮ ਤੌਰ ਤੇ ਜਨਰਲ ਤੌਰ ਤੇ ਗੱਲ ਕਰਦੇ ਪਏ ਹਾਂ। ਫਿਰ ਅੱਗੇ ਐਗਜ਼ਾਮਪਲ ਆ ਗਿਆ, ਆ ਕੈਟ ਇਜ਼ ਅ ਕਿਊਟ ਐਨੀਮਲ। ਬਿੱਲੀ ਇੱਕ ਬੜੀ मतलब कि क्यूट जानवर है, बिल्ली बड़ी प्यारी जानवर है। एन ईगल, ईगल बने बाज, कैन सी दी ग्राउंड फ्रॉम द स्काई, बाज आकाश तो धरती ते देख सकता है। ਹੁਣ देखो बच्चे इन दीज एग्जाम्पल्स, ਇਹ ਵਾਲੇ ਉਦਾਹਰਨਾਂ ਵਿੱਚ ਦੀ ਸੈਂਟੈਂਸ ਇਜ਼ ਟਾਕਿੰਗ ਅਬਾਊਟ ਕੈਟਸ ਔਰ ਈਗਲਸ ਇਨ ਜਨਰਲ। ਹੁਣ ਅਸੀਂ ਖਾਸ ਕੈਟ ਦੀ ਗੱਲ ਨਹੀਂ ਕਰ ਰਹੇ, ਅਸੀਂ ਆਮ ਕਿਹਾ ਕਿ ਬਿੱਲੀ, ਵੀ ਦੁਨੀਆ 'ਚ ਜਿੰਨੀਆਂ ਬਿੱਲੀਆਂ ਨੇ, ਕੋਈ ਵੀ ਬਿੱਲੀ ਹੈਗੀ ਹੈ, ਅ ਕੈਟ ਇਜ਼ ਅ ਕਿਊਟ ਐਨੀਮਲ। ਬਿੱਲੀ ਇੱਕ ਬੜਾ ਕਿਊਟ, ਬੜੀ ਪਿਆਰਾ ਜਾਨਵਰ ਹੈ। ਅਸੀਂ ਆਮ ਬਿੱਲੀਆਂ ਦੀ ਗੱਲ ਕਰ ਰਹੇ ਹਾਂ, ਕਿਤੇ ਵੀ ਹੋਣ ਪੂਰੀ ਦੁਨੀਆ 'ਚ। ਠੀਕ ਹੈ। ਫਿਰ ਕਹਿੰਦੇ ਐਨ ਈਗਲ, ਬਾਜ ਜਿਹੜਾ, ਹੁਣ ਕੋਈ ਵੀ ਬਾਜ, ਕਿੰਨੇ ਬਾਜ ਨੇ, ਬਾਜਾਂ ਦੀ ਵੀ ਕਿਸਮਾਂ ਵੀ ਹੈਗੀਆਂ ਨੇ, ਸਾਰੀ ਦੁਨੀਆ 'ਚ ਬਾਜ ਹੈਗੇ ਨੇ। ਕਹਿੰਦੇ ਐਨ ਈਗਲ ਕੈਨ ਸੀ ਦੀ ਗਰਾਊਂਡ, ਹੁਣ ਗਰਾਊਂਡ ਧਰਤੀ ਤੇ ਇੱਕ ਹੈ, ਫਰੋਮ ਦਾ ਸਕਾਈ, ਸਕਾਈ ਵੀ ਇੱਕ ਹੈਗਾ। ਸੋ ਐਨ ਈਗਲ ਕੈਨ ਸੀ ਦੀ ਗਰਾਊਂਡ ਫਰੋਮ ਦੀ ਸਕਾਈ। ਕੋਈ ਵੀ ਬਾਜ ਜਿਹੜਾ ਹੈ ਅਸੀਂ ਉਹਦੀ ਗੱਲ ਕਰਦੇ ਪਏ ਹਾਂ। when the meaning is not for anyone or anything special, ਜਦੋਂ ਸਾਡਾ ਇਸ਼ਾਰਾ ਕਿਸੇ ਖਾਸ ਨਾਮ ਵੱਲ ਨਾ ਹੋ ਰਿਹਾ ਹੋਵੇ, ਠੀਕ ਹੈ ਨਾ, ਫਿਰ ਅਸੀਂ ਇਹ ਵਰਤਦੇ ਹਾਂ। ਠੀਕ ਹੈ। we must use an indefinite article a or an, ਜਾਂ a ਵਰਤਿਆ ਜਾਂਦਾ ਜਾਂ ਐਨ ਵਰਤਿਆ ਜਾਂਦਾ। ਐਨ ਦਾ ਬੱਚੇ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ, ਨਾਮ ਜਿਹੜਾ ਹੈਗਾ, ਨਾਮ ਜਾਂ ਜਿਹੜਾ ਹੈਗਾ ਐਡਜੈਕਟਿਵ, ਜਿਹਦੇ ਮੂਹਰੇ a ਔਰ ਐਨ ਆਉਣਾ ਹੈ, ਤੁਸੀਂ ਉਸ ਨਾਮ ਨੂੰ ਕੀ ਕਰਨਾ ਹੈ, ਗੁਰਮੁਖੀ ਵਿੱਚ ਲਿਖਣਾ ਹੈ। ਤੇ ਜੇ ਤੇ ਉਹ ਇੱਕ ਵਚਨ ਹੈਗਾ ਨਾ, ਇੱਕ ਵਚਨ ਨਾਮ ਦੇ ਮੋਰੀ ਏ ਹੋਰ ਐਨ ਆਏਗਾ। ਜੇ ਤੇ ਉਹ ਗੁਰਮੁਖੀ 'ਚ ਲਿਖਣ ਕਰਕੇ ਊੜਾ ਐੜਾ ਈੜੀ ਤੋਂ ਸ਼ੁਰੂ ਹੁੰਦਾ, ਫੇਰ ਤੇ ਲਗਾਉਣਾ ਐਨ। ਤੇ ਜੇ ਊੜਾ ਐੜਾ ਈੜੀ ਤੋਂ ਸ਼ੁਰੂ ਨਹੀਂ ਹੁੰਦਾ, ਫਿਰ ਲਗਾਉਣਾ ਏ। ਬਸ ਇਹ ਗੱਲ ਖਿਆਲ ਰੱਖਣੀ ਹੈ, ਕੋਈ ਜ਼ਿਆਦਾ ਸੋਚਣ ਦੀ ਬਾਕੀ ਲੋੜ ਨਹੀਂ ਹੈਗੀ। ਇਹ ਜਿਵੇਂ ਉਦਾਹਰਣ ਆਉਣਗੇ ਤੁਹਾਨੂੰ ਹੋਰ ਸਪਸ਼ਟ ਹੋ ਜਾਏਗਾ। A is used before words that begin with the sound of consonant। ਉਹ ਮੈਂ ਦੱਸਿਆ ਨਾ, ਸੱਸਾ, ਕੱਕਾ, ਖੱਖਾ, ਗੱਗਾ, ਕੱਗਾ, ਤੁਸੀਂ ਗੁਰਮੁਖੀ 'ਚ ਲਿਖ ਲਓ ਇਹ ਕੌਨਸੋਨੈਂਟ ਸਾਊਂਡ, ਜੇ ਉਧਰੋਂ ਦੀ ਸ਼ੁਰੂ ਹੁੰਦਾ ਹੋਵੇ। ਤੇ ਐਨ ਇਜ਼ ਯੂਜ਼ਡ ਬਿਫੋਰ ਵਰਡਸ ਬਿਗਨਿੰਗ ਵਿਦ ਦੀ ਸਾਊਂਡ ਆਫ ਅ ਵੌਲ, ਏ ਈ ਆਈ ਓ ਯੂ। ਸੋ ਤੁਸੀਂ ਏ ਈ ਆਈ ਓ ਯੂ ਦੇ ਚੱਕਰ 'ਚ ਨਹੀਂ ਪਾਉਣਾ, ਕਿਉਂਕਿ ਇਹਦੇ ਵਿੱਚ ਵੀ ਕਿਤੇ ਗੜਬੜ ਹੋ ਜਾਂਦੀ ਹੈ, ਉਹ ਤੁਹਾਨੂੰ ਮੈਂ ਅੱਗੇ ਦੱਸਾਂਗਾ। ਜਿਵੇਂ ਯੂਟੈਂਸਿਲ, ਉਹ ਯਈਏ ਤੋਂ ਸ਼ੁਰੂ ਹੁੰਦਾ ਹੈ, ਤੇ ਯੂਟੈਂਸਿਲ ਭਾਵੇਂ ਯੂ ਤੋਂ ਸ਼ੁਰੂ ਹੁੰਦਾ ਹੈ, ਇਹਦੇ ਮੂਹਰੇ ਐਨ ਨਹੀਂ ਆਏਗਾ। ਯੂਨੀਕ ਯਈਏ ਤੋਂ ਸ਼ੁਰੂ ਹੁੰਦਾ ਹੈ, ਸੋ ਯੂਨੀਕ ਦੇ ਮੂਹਰੇ ਏ ਆਏਗਾ, ਐਨ ਨਹੀਂ ਆਏਗਾ। ਇਹ ਬੜੇ ਬੰਦੇ ਗਲਤੀ ਕਰਦੇ ਨੇ, ਯੂਨੀਕ ਦੇ ਮੂਹਰੇ ਐਨ ਲਿਖ ਦਿੰਦੇ ਨੇ। ਠੀਕ ਹੈ। ਸੋ ਤੁਸੀਂ ਕੀ ਕਰਨਾ ਹੈ, ਨਾਮ ਨੂੰ ਗੁਰਮੁਖੀ 'ਚ ਆਪਣੇ ਦਿਮਾਗ ਸੋਚਣਾ ਹੈ ਕਿ ਜਿਵੇਂ ਗੁਰਮੁਖੀ 'ਚ ਲਿਖਾਂਗਾ ਤੇ ਕਿੱਦਾਂ ਲਿਖਿਆ ਜਾਏਗਾ। ਜੇ ਤੇ ਊੜਾ ਐੜਾ ਈਡੀ ਤੋਂ ਸ਼ੁਰੂ ਹੁੰਦਾ ਫਿਰ ਐਨ ਲੱਗੇਗਾ ਉਹਦੇ ਮੂਹਰੇ, ਨਹੀਂ ਤੇ ਏ ਲੱਗੇਗਾ। ਬਸ ਤੁਸੀਂ ਇਹ ਚੇਤਾ ਰੱਖੋ। ਹੁਣ ਅੱਗੇ ਚਲੀਏ, ਐਗਜ਼ਾਮਪਲਸ ਦੇਖੋ। ਆ ਕੈਟ, ਕੱਕੇ ਤੋਂ ਸ਼ੁਰੂ ਹੁੰਦਾ, ਆ ਕੈਟ। ਆ ਪੈਨ, ਪੱਪੇ ਤੋਂ ਸ਼ੁਰੂ ਹੁੰਦਾ, ਇਹ ਆ ਗਿਆ। ਆ ਯੂਰੋਪੀਅਨ, ਦੇਖੋ ਈ ਹੈਗਾ, ਈ ਵੋਵਲ ਹੈਗਾ। ਆ ਯੂਰੋਪੀਅਨ, ਯਈਏ ਤੋਂ ਸ਼ੁਰੂ ਹੁੰਦਾ, ਯੂਰੋਪੀਅਨ। ਆ ਕਾਓ, ਕੱਕਾ ਆਉਂਦਾ। ਆ ਹੈਨ, ਹਾਹਾ ਆ ਗਿਆ। ਹੁਣ ਵੋਵਲ ਸਾਊਂਡ ਆ ਗਈ। ਐਨ ਐਪਲ, ਐੜਾ ਆ ਗਿਆ ਐਪਲ। ਐਨ ਓਨੈਸਟ ਮੈਨ, ਇੱਥੇ ਬੱਚਿਓ ਐਚ ਜਿਹੜਾ ਹੈ ਇਹ ਸਾਇਲੈਂਟ ਹੈਗਾ, ਅਸੀਂ ਇਹਨੂੰ ਓਨੈਸਟ ਬੋਲਦੇ ਹਾਂ, ਓਨੈਸਟ। ਹੌਨੈਸਟ ਨਹੀਂ ਬੋਲਣਾ, ਓਨੈਸਟ। ਤੇ ਇਹਨੂੰ ਗੁਰਮੁਖੀ 'ਚ ਕਿੱਦਾਂ ਲਿਖਾਂਗੇ, ਓਨੈਸਟ। ਇਹਨੂੰ ਲਿਖਾਂਗੇ ਐੜੇ ਨੂੰ ਘਨੌੜਾ, ਓਨੈਸਟ। ਐਨ ਓਨੈਸਟ ਮੈਨ। ਐਨ ਅੰਬਰੇਲਾ, ਫਿਰ ਐੜਾ ਆ ਗਿਆ। ਐਨ ਆਰ, ਇਹਨੂੰ ਆਵਰ ਨਹੀਂ ਬੋਲਣਾ, ਐਨ ਆਰ, ਐਨ ਆਰ। ਠੀਕ ਹੈ ਨਾ, ਇਹ ਵੀ ਐੜੇ ਤੋਂ ਆਏਗਾ, ਸੋ ਐਨ ਆਏਗਾ। ਐਨ ਐਗ, ਐੜੇ ਤੋਂ ਆਏਗਾ। ਸੋ ਇਹ ਬੜਾ ਸੌਖਾ ਇਦਾਂ ਕਰਕੇ ਜੇ ਕਰੋਗੇ।
ऑन दी अदर हैंड हुण दी गल आ गई। दी इज़ अ डेफिनेट आर्टिकल। जिहड़ा दी हैगा बच्चों वो डेफिनेट आर्टिकल हैगा। डेफिनेट मीन किसी खास नाम की गल हो रही है। ही इज़ टॉकिंग अबाउट अ स्पैसिफिक नाउन। स्पैसिफिक होता बच्चों कोई खास। ठीक है बच्चों, हमने उदाहरण राही तुहानूं समझ आ जाएगा कि किसी आम की गल नहीं हो रही, है खास की गल हो रही है। ठीक है, आओ देखिए हम आगे चलिए। फॉर एग्जाम्पल उदाहरण आ गए, ही वेंट टू दी बेस्ट रेस्टोरेंट इन दी सिटी। ठीक है ना, ਉਹ ਸ਼ਹਿਰ ਦੇ ਸਭ ਤੋਂ ਵਧੀਆ ਰੈਸਟੋਰੈਂਟ ਵਿੱਚ ਗਿਆ। ਕਿਹੜੇ ਰੈਸਟੋਰੈਂਟ ਵਿੱਚ? ਸਭ ਤੋਂ ਵਧੀਆ। ਤੇ ਸਭ ਤੋਂ ਵਧੀਆ ਕਿਹੜਾ? ਸ਼ਹਿਰ ਦਾ। ਦੀ ਬੈਸਟ ਮਤਲਬ ਇੱਕ ਹੋਣਾ ਜਿਹੜਾ ਸਭ ਤੋਂ ਵਧੀਆ ਹੋਣਾ। ਵੈਸੇ ਵੀ ਜਿਹੜਾ ਹੈ ਬੈਸਟ ਹੈਗਾ ਸੁਪਰਲੇਟਿਵ ਹੈਗਾ, ਇਹ ਤੋਂ ਪਹਿਲੇ ਦੀ ਆਂਦਾ ਹੀ ਆਂਦਾ, ਪਰ ਇੱਥੇ ਮਤਲਬ ਹੋਇਆ ਵੀ ਇੱਕ ਹੈਗਾ ਨਾ ਸਭ ਤੋਂ ਵਧੀਆ, ਉਹ ਖਾਸ ਦੀ ਗੱਲ ਹੋ ਰਹੀ ਤਾਂ ਦੀ ਆਇਆ। ਠੀਕ ਹੈ, ਦੀ ਕਿਟਨ ਇਜ਼ ਮਿਊਇੰਗ ਟੂ ਲਾਊਡਲੀ। ਇਹ ਮਿਊਇੰਗ ਬੱਚੋ ਤੁਸੀਂ ਆਪਣਾ ਵਿੱਚ ਪੜ੍ਹਿਆ ਹੋਣਾ ਹੈ, ਜਿਹੜਾ ਲੈਸਨ ਸੀ ਤੁਹਾਡਾ ਦੀ ਫਾਰਮ ਹਾਊਸ ਕਾਉਜ਼, ਉਹਦੇ ਵਿੱਚ ਸੀਗਾ ਦੀ ਕਾਉਜ਼ ਮੂਵ, ਦੀ ਲਾਇਨਸ ਰੋਰ and the cats and kittens they meow. Mewing, MEOW, mewing. Kitten ਹੁੰਦਾ ਬਲੂੰਗੜਾ। the kitten is mewing too loudly। ਜਿਹੜਾ ਬਿੱਲੀ ਦਾ ਬਲੂੰਗੜਾ ਹੈ ਬੜੀ ਉੱਚੀ ਉੱਚੀ ਮਿਆਉ ਮਿਆਉ ਕਰਦਾ ਪਿਆ ਹੈ। ਹੁਣ ਦੀ ਕਿਟਨ ਮੈਨੇ ਅਸੀਂ ਕਿਹਦੇ ਵੱਲ ਇਸ਼ਾਰਾ ਕਰ ਰਹੇ ਹਾਂ? ਉਹਦੀ ਆਵਾਜ਼ ਆ ਰਹੀ ਸਾਡੇ ਕੋਲ, ਕਿਤੇ ਛੱਤ 'ਤੇ ਹੋਣਾ ਹੈ ਨਾ, ਕਿਤੇ ਹਵੇਲੀ 'ਚ ਹੋਣਾ ਹੈ, ਕਿਤੇ ਮੱਝਾਂ ਦੇ ਉੱਥੇ ਹੋਣਾ ਹੈ, ਜਾਂ ਕਿਤੇ ਬਰਾਂਡੇ 'ਚ ਹੋਣਾ ਹੈ, ਜਾਂ ਕਮਰੇ 'ਚ ਹੋਣਾ ਹੈ। ਦੀ ਕਿਟਨ ਅਸੀਂ ਉਸ ਖਾਸ ਕਿਟਨ ਖਾਸ ਬਲੂੰਗੜੇ ਦੀ ਗੱਲ ਕਰ ਰਹੇ ਹਾਂ ਤਾਂ ਕਰਕੇ ਆਇਆ ਦੀ। ਠੀਕ ਹੈ, ਹੇਅਰ ਦੀ ਸਪੀਕਰ ਇਜ਼ ਟਾਕਿੰਗ ਅਬਾਊਟ ਅ ਪਰਟੀਕੂਲਰ ਕਿਟਨ। ਪਰਟੀਕੂਲਰ ਆਪਣੇ ਖਾਸ ਸਪੈਸੀਫਿਕ ਕਿਟਨ ਦੀ ਗੱਲ ਕਰ ਰਿਹਾ, ਬਲੂੰਗੜੇ ਦੀ ਗੱਲ ਕਰ ਰਿਹਾ। ਕਿਟਨ ਦਾ ਮਤਲਬ ਬਲੂੰਗੜਾ ਹੁੰਦਾ ਹੈ। ਐਂਡ ਅ ਪਰਟੀਕੂਲਰ ਰੈਸਟੋਰੈਂਟ, ਕਿਸੇ ਖਾਸ ਰੈਸਟੋਰੈਂਟ ਦੀ ਗੱਲ ਕਰ ਰਿਹਾ। ਇਟ ਇਜ਼ ਓਨਲੀ ਵਨ ਐਨੀਮਲ ਐਂਡ ਵਨ ਪਲੇਸ ਦੈਟ ਇਜ਼ ਇੰਪੋਰਟੈਂਟ। ਇੱਥੇ ਇੱਕ ਖਾਸ ਜਗ੍ਹਾ ਜੋ ਰੈਸਟੋਰੈਂਟ ਹੈ ਤੇ ਖਾਸ ਜਾਨਵਰ ਖਾਸ ਬਲੂੰਗੜੇ ਦੀ ਗੱਲ ਹੋ ਰਹੀ ਹੈ। ਇਨ ਸੱਚ ਅ ਕੇਸ ਯੂ ਮਸਟ ਯੂਜ਼ ਅ ਡੈਫੀਨੇਟ ਆਰਟੀਕਲ। ਤੇ ਡੈਫੀਨੇਟ ਆਰਟੀਕਲ ਬੱਚੋ ਇੱਕ ਹੀ ਹੈਗਾ ਦੀ। ਮੈਂ ਫਿਰ ਰਿਪੀਟ ਕਰਦਾ, ਤਿੰਨ ਆਰਟੀਕਲ ਨੇ ਏ ਐਂਡ ਦੀ। ਏ ਹੋਰ ਐਨ ਇਨਡੈਫੀਨੇਟ ਆਰਟੀਕਲ ਨੇ ਤੇ ਦੀ ਜਿਹੜਾ ਹੈ ਉਹ ਡੈਫੀਨੇਟ ਆਰਟੀਕਲ ਹੈ। ਆਓ ਅੱਗੇ ਚਲੀਏ। ਹੁਣ ਆ ਗਿਆ ਬੱਚੋ ਐਕਟੀਵਿਟੀ ਨੰਬਰ 7। ਠੀਕ ਹੈ, in the following sentences choose one of the three options and put a tick on the right one। ਹੁਣ ਤੱਕ ਅਸੀਂ ਪੜ੍ਹਿਆ ਬੱਚੋ ਜਿਹੜਾ ਖਾਸ ਡਿਟੇਲ 'ਚ ਪੜ੍ਹਿਆ ਕਿ ਤਿੰਨ ਆਰਟੀਕਲਸ ਨੇ ਏ ਐਂਡ ਦੀ। ਏ ਐਂਡ ਇਨਡੈਫੀਨੇਟ ਆਰਟੀਕਲਸ, ਦੀ ਡੈਫੀਨੇਟ ਆਰਟੀਕਲ। ਤੇ ਇਹ ਸਾਰਿਆਂ 'ਚ ਇਹਨਾਂ ਨੇ ਤਿੰਨ ਚੋਇਸ ਦਿੱਤੀਆਂ ਤੇ ਕਹਿੰਦੇ ਤਿੰਨਾਂ 'ਚੋਂ ਸਹੀ ਚੋਣ ਜਿਹੜੀ ਹੈ ਉਹ ਸੱਜੇ ਪਾਸੇ ਜੋ ਥਾਂ ਦਿੱਤਾ ਉਹ 'ਤੇ ਲਿਖੋ। ਤੇ ਸੱਜੇ ਪਾਸੇ ਬੱਚੇ ਮੈਂ ਆਨਸਰ ਲਿਖ ਦਿੱਤਾ। ਤੁਸੀਂ ਵੀਡੀਓ ਨੂੰ ਪੌਜ਼ ਕਰੋ, ਕਿਰਪਾ ਕਰਕੇ ਨਾ ਦੇਖੋ, ਹਾਲੇ ਦੇਖਣਾ ਬੰਦ ਕਰ ਦਿਓ ਤੇ ਨੋਟਬੁੱਕ ਤੇ ਆਪਣੀ ਕਿਤਾਬ 'ਚੋਂ ਸਾਰੇ ਨੋਟ ਕਰਕੇ ਤੁਸੀਂ ਆਨਸਰ ਲਿਖੋ। ਕੋਈ ਗੱਲ ਨਹੀਂ, ਗਲਤੀ ਹੁੰਦੀ ਕੋਈ ਗੱਲ ਨਹੀਂ, ਲਿਖੋ ਤੇ ਫਿਰ ਤੁਸੀਂ ਇਹ ਜਵਾਬ ਦੇ ਨਾਲ ਆਪਣੇ ਜਿਹੜੇ ਜਵਾਬ ਨੇ ਮੇਲ ਕਰਾਓ। ਇਹ ਦੇਖੋ, ਆਈ ਹੈਵ ਆ ਗੁੱਡ ਆਈਡੀ, ਇੱਕ ਦੀ ਗੱਲ ਹੋ ਰਹੀ ਹੈ ਨਾ, ਗੁੱਡ ਗੱਗੇ ਤੋਂ ਸ਼ੁਰੂ ਹੋ ਰਿਹਾ, ਸੋ ਇਹ ਆਏਗਾ ਆਈ ਹੈਵ ਅ ਗੁੱਡ ਆਈਡੀਆ। ਮੇਰੇ ਕੋਲ ਇੱਕ ਬੜਾ ਵਧੀਆ ਫੁਰਨਾ ਹੈ, ਮੇਰੇ ਕੋਲ ਇੱਕ ਬੜਾ ਵਧੀਆ ਵਿਚਾਰ ਹੈ। ਦੇਅਰ ਇਜ਼ ਐਨ ਇੰਟਰਸਟਿੰਗ, ਹੁਣ ਦੇਖੋ ਟੋਏ ਤੇ ਖਿਡੌਣਾ ਆ ਗਿਆ, ਇੰਟਰਸਟਿੰਗ ਉਹਦਾ ਕੀ ਹੋ ਗਿਆ? ਐਡਜੈਕਟਿਵ ਹੋ ਗਿਆ। ਤੇ ਐਡਜੈਕਟਿਵ ਤੋਂ ਪਹਿਲੇ ਵੀ ਡਿਟਰਮੀਨਰ ਆਉਂਦਾ ਸਿੰਗਲ ਵਾਸਤੇ, ਹੈ ਨਾ। ਸੋ ਇੰਟਰਸਟਿੰਗ ਨੂੰ ਮੈਂ ਕਿੱਦਾਂ ਲਿਖਾਂਗਾ? ਈਡੀ ਨੂੰ ਸਿਹਾਰੀ, ਸੋ ਆ ਜਾਏਗਾ ਐਨ। ਦੈਟ ਇਜ਼ ਐਨ ਇੰਟਰਸਟਿੰਗ ਟੋਏ, ਉਹ ਬੜਾ ਰੋਚਕ ਖਿਡੌਣਾ ਹੈ। ਆਈ ਹੈਵ ਕੈਪਟ ਦੀ ਬੈਗ ਇਨ ਦੀ ਬੈਗ, ਮੇਰੀ ਖਾਸ ਬੈਗ, ਜਿੱਦਾਂ ਪਿਤਾ ਜੀ ਘਰ ਆਏ ਉਹ ਕਹਿੰਦੇ ਬੈਗ ਰੱਖ ਦਿਓ, ਤੇ ਉਹ ਵਾਲਾ ਬੈਗ ਦੀ ਬੈਗ। ਤੇ ਇਨ ਦੀ ਕਬਰਡ, ਕੋਈ ਖਾਸ ਘਰ 'ਚ ਅਲਮਾਰੀ ਹੋਣੀ ਹੈ, ਮੈਂ ਡੈਡੀ ਨੂੰ ਆ ਕੇ ਕਿਹਾ ਡੈਡੀ ਜੀ ਮੈਂ ਉਹ ਤੁਹਾਡਾ ਬੈਗ ਉਸ ਅਲਮਾਰੀ 'ਚ ਰੱਖ ਦਿੱਤਾ ਹੈ। ਮੰਨ ਲਓ ਜੇ ਘਰ 'ਚ 2 ਜਾਂ 3 ਅਲਮਾਰੀਆਂ ਨੇ ਤੇ ਮੈਂ ਅਲਮਾਰੀ ਨੂੰ ਦੱਸਾਂਗਾ ਨਾ ਮੈਂ ਕਿਹੜੀ ਅਲਮਾਰੀ 'ਚ ਰੱਖਿਆ। ਸੋ ਆਈ ਹੈਵ ਕੈਪਟ ਦੀ ਬੈਗ ਇਨ ਦੀ ਕਬਰਡ, ਮੈਂ ਬੈਗ ਉਸ ਅਲਮਾਰੀ ਵਿੱਚ, ਮੈਂ ਇਹ ਵਾਲਾ ਬੈਗ ਉਸ ਅਲਮਾਰੀ ਵਿੱਚ ਰੱਖ ਦਿੱਤਾ ਹੈ। ਠੀਕ ਹੈ, ਫਿਰ ਕਹਿੰਦੇ ਡੂ ਦੀ ਸ਼ਰਮਾਜ਼ ਹੈਵ ਆ ਬਲੂ ਕਾਰ। ਹੁਣ ਅਸੀਂ ਇੱਕ ਦੀ ਗੱਲ ਕਰ ਰਹੇ ਹਾਂ, ਕਾਰਾਂ ਬਹੁਤ ਸਾਰੀਆਂ ਨੇ, ਕਾਰਾਂ ਵਿੱਚ ਰੰਗ ਵੀ ਹੈਗੇ ਨੇ, ਅਤੇ ਜਿਹੜੀ ਨੀਲੀਆਂ ਕਾਰਾਂ ਨੇ ਉਹ ਵੀ ਬੜੀਆਂ ਸਾਰੀਆਂ ਹੈਗੀਆਂ ਨੇ। ਹੁਣ ਅਸੀਂ ਖਾਸ ਗੱਲ ਦੀ ਕਾਰ 'ਤੇ ਗੱਲ ਨਹੀਂ ਕਰ ਰਹੇ, ਕਹਿੰਦੇ ਡੂ ਦੀ ਸ਼ਰਮਾਜ਼, ਦੀ ਸ਼ਰਮਾਜ਼। ਹੁਣ ਖਾਸ ਸ਼ਰਮੇ ਹੋਣਗੇ ਜਿਹੜੇ ਸਾਡੇ ਸੱਜੇ ਖੱਬੇ ਗੁਆਂਢ 'ਚ ਹੋਣਗੇ ਜਾਂ ਗਲੀ 'ਚ ਸਾਹਮਣੇ ਹੋਣਗੇ। ਆਮ ਸਵਾਲ ਕਰਦੇ ਹਾਂ, ਕਹਿੰਦੇ ਡੂ ਦਾ ਸ਼ਰਮਾਜ਼, ਵੀ ਜਿਹੜੇ ਆਪਣੇ ਸ਼ਰਮੇ ਹੈਗੇ ਨੇ ਗੁਆਂਢੀ,
ਉਹਨਾਂ ਕੋਲ ਕੋਈ ਨੀਲੀ ਕਾਰ ਹੈ, ਕੋਈ ਨੀਲੀ ਕਾਰ। ਡੂ ਦੇ ਹੈਵ ਆ ਬਲੂ ਕਾਰ, ਉਹਨਾਂ ਕੋਲ ਕੋਈ ਨੀਲੀ ਕਾਰ ਹੈ। ਫਿਰ ਦੀ ਵਾਟਰ ਇਨ ਦੀ ਰਿਵਰ ਇਜ਼ ਡਰਟੀ। ਹੁਣ ਨਦੀ, ਮੈਂ ਕਿਤੇ ਖੜਾ ਹੈਗਾ, ਗਿਆ ਹੈਗਾ ਤੇ ਉੱਥੇ ਨਦੀ ਹੈਗੀ ਹੈ, ਤੇ ਮੈਂ ਟਿੱਪਣੀ ਕੀਤੀ ਦੀ ਵਾਟਰ ਇਨ ਦੀ ਰਿਵਰ ਇਜ਼ ਡਰਟੀ, ਜਾਂ ਮੇਰੇ ਦੋਸਤ ਨੇ ਟਿੱਪਣੀ ਕੀਤੀ ਦੀ ਵਾਟਰ ਇਨ ਦੀ ਰਿਵਰ ਇਜ਼ ਡਰਟੀ, ਅਰਥਾਤ ਨਦੀ ਦਾ ਇਸ ਨਦੀ ਦਾ ਪਾਣੀ ਗੰਦਾ ਹੈ, ਇਹ ਵਾਲੀ ਨਦੀ ਦਾ ਪਾਣੀ ਗੰਦਾ ਹੈ। ਦੀ ਵਾਟਰ ਇਨ ਦੀ ਰਿਵਰ ਇਜ਼ ਡਰਟੀ। ਅਸੀਂ ਖਾਸ ਨਦੀ ਦੇ ਪਾਣੀ ਦੀ ਗੱਲ ਕਰਦੇ ਪਏ ਹਾਂ। ਕਹਿੰਦੇ ਹੀ ਹੈਡ ਮੈਨੇ ਉਹਨੇ ਈਟਨ, ਜਾਂ ਉਹਦੇ ਕੋਲ ਸੀਗੀ, ਉਹ ਖਾ ਰਿਹਾ ਸੀ। ਹੀ ਹੈਡ ਪੱਪਾ ਜਿਹੜਾ ਬੱਚਿਓ ਇਹ ਪੀਸ ਪੱਪੇ ਤੋਂ ਸ਼ੁਰੂ ਹੋਏਗਾ, ਆ ਪੀਸ। ਹੀ ਹੈਡ ਆ ਪੀਸ ਆਫ ਚਾਕਲੇਟ, ਉਹਦੇ ਕੋਲ ਚਾਕਲੇਟ ਦਾ ਇੱਕ ਟੁਕੜਾ ਸੀ। ਆਓ ਅੱਗੇ ਚਲੀਏ। ਆਈ ਲਾਈਕ ਟੂ ਈਟ ਐਗ ਆਈ ਲਾਈਕ ਟੂ ਈਟ ਐਨ ਐਗ ਐਵਰੀ ਡੇ। ਮੈਂ ਰੋਜ਼ ਇੱਕ ਅੰਡਾ ਖਾਣਾ ਪਸੰਦ ਕਰਦਾ ਹਾਂ। ਹੁਣ ਐਗ ਕਿੱਦਾਂ ਲਿਖਾਂਗੇ, ਐੜੇ ਨਾਲ ਲਿਖਾਂਗੇ ਨਾ। ਆਈ ਲਾਈਕ ਟੂ ਈਟ ਐਨ ਐਗ ਐਵਰੀ ਡੇ, ਮੈਂ ਰੋਜ਼ ਇੱਕ ਅੰਡਾ ਖਾਣਾ ਪਸੰਦ ਕਰਦਾ ਹਾਂ। ਫਿਰ ਆ ਗਿਆ ਸ਼ੀ ਹੈਜ਼, ਉਹਦੇ ਕੋਲ ਹੈ। ਗੁੱਡ ਹੈਬਿਟ ਆਫ ਬਰਸ਼ਿੰਗ ਹਰ ਟੀਥ ਟਵਾਈਸ ਆ ਡੇ, ਮਤਲਬ ਕਿ ਉਹਦੇ ਕੋਲ ਆਪਣੇ ਦੰਦਾਂ ਨੂੰ ਦਿਨ 'ਚ 2 ਵਾਰ ਸਾਫ਼ ਕਰਨ ਦੀ ਚੰਗੀ ਆਦਤ ਹੈ। ਤੇ ਕਿਹੜੀ ਹੈਬਿਟ, ਇਹ ਕਿਹੜੀ ਹੈਬਿਟ ਹੈ, ਚੰਗੀ, ਮਤਲਬ ਕਿ ਖਾਸ ਆਦਤ ਦੀ ਗੱਲ ਹੋ ਰਹੀ ਹੈ। ਕਿਹੜੀ ਆਦਤ, ਦਿਨ 'ਚ 2 ਵਾਰ ਦੰਦਾਂ ਨੂੰ ਬਰਸ਼ ਕਰਨਾ। ਤੇ ਅਸੀਂ ਕਹਾਂਗੇ ਸ਼ੀ ਹੈਜ਼ ਦੀ ਗੁੱਡ ਹੈਬਿਟ ਆਫ, ਮਤਲਬ ਕਿ ਉਹਦੇ ਕੋਲ ਇੱਕ ਉਹ ਚੰਗੀ ਆਦਤ ਹੈ। ਕਿਹੜੀ ਚੰਗੀ ਆਦਤ ਹੈ, ਦਿਨ 'ਚ 2 ਵਾਰ ਬਰਸ਼ ਕਰਨ ਦੀ। ਸ਼ੀ ਹੈਜ਼ ਦੀ ਗੁੱਡ ਹੈਬਿਟ ਆਫ ਬਰਸ਼ਿੰਗ ਹਰ ਟੀਥ ਟਵਾਈਸ ਆ ਡੇ। ਰਾਘਵ ਲਾਈਕਸ ਟੂ ਵਾਕ ਇਨ ਦੀ ਰੇਨ, ਜਦੋਂ ਮੀਂਹ ਆਉਂਦਾ ਉਹ 'ਚ ਤੁਰਨਾ ਸ਼ੁਰੂ ਕਰ ਦਿੰਦਾ, ਉਹਨੂੰ ਚੰਗਾ ਲੱਗਦਾ ਹੈ। ਸੋ ਰਾਘਵ ਲਾਈਕਸ ਟੂ ਵਾਕ ਇਨ ਦੀ ਰੇਨ, ਰਾਘਵ ਨੂੰ ਮੀਂਹ ਵਿੱਚ ਤੁਰਨਾ ਚੰਗਾ ਲੱਗਦਾ ਹੈ। ਰਾਧਾ ਪਲੇਜ਼ ਆ ਗੇਮ ਆਫ ਚੈਸ ਐਵਰੀ ਡੇ, ਮਤਲਬ ਕਿ ਰਾਧਾ ਜਿਹੜੀ ਹੈ ਰੋਜ਼ ਸ਼ਤਰੰਜ ਦੀ ਇੱਕ ਖੇਡ ਖੇਡਦੀ ਹੈ। ਠੀਕ ਹੈ, ਰਾਧਾ ਪਲੇਜ਼ ਆ ਗੇਮ ਆਫ ਚੈਸ ਐਵਰੀ ਡੇ, ਉਹਨੇ ਇੱਕ ਖੇਡ ਸ਼ਤਰੰਜ ਦੀ ਰੋਜ਼ ਖੇਡਣੀ ਹੈਗੀ ਹੈ। ਠੀਕ ਹੈ, ਆਓ ਅੱਗੇ ਚਲੀਏ। ਹੁਣ ਅੱਗੇ ਆ ਗਿਆ ਬੱਚਾ ਡਿਮੋਨਸਟ੍ਰੇਟਿਵ ਐਡਜੈਕਟਿਵਸ ਆਰ ਆਲਸੋ ਯੂਜ਼ਡ ਐਜ਼ ਡਿਟਰਮੀਨਰਸ ਇਨ ਇੰਗਲਿਸ਼। ਅਸੀਂ ਪੜ੍ਹੇ ਨਾ ਬੱਚੇ 4 ਕਿਸਮ ਦੇ ਡਿਟਰਮੀਨਰ ਹੈਗੇ ਨੇ, ਆਰਟੀਕਲਸ ਹੈਗੇ ਨੇ, ਫਿਰ ਪੋਜੈਸਿਵ ਹੈਗੇ ਨੇ, ਫਿਰ ਡਿਮੋਨਸਟ੍ਰੇਟਿਵ ਹੈਗੇ ਨੇ, ਤੇ ਇੱਕ ਹੈਗੇ ਨੇ ਕੁਆਂਟੀਫਾਇਰਸ ਹੈਗੇ ਨੇ। ਠੀਕ ਹੈ, ਹੁਣ ਆ ਗਿਆ ਡਿਮੋਨਸਟ੍ਰੇਟਿਵ ਜਿਹੜੇ ਨੇ ਬੱਚੇ ਉਹ ਐਡਜੈਕਟਿਵ ਹੁੰਦੇ ਨੇ, ਤੇ ਇਹਨਾਂ ਨੂੰ ਵੀ ਡਿਟਰਮੀਨਰ ਵੀ ਕਿਹਾ ਜਾਂਦਾ ਹੈ। ਸੇ ਦੇ ਆਰ ਕਿਹੜੇ 4 ਹੈਗੇ ਨੇ, ਦਿਸ ਇਹ ਵਾਲਾ, ਦੈਟ ਉਹ ਵਾਲਾ, ਦੀਜ਼ ਇਹ ਬਹੁਵਚਨ ਹੋ ਗਿਆ, ਦਿਸ ਦਾ ਬਹੁਵਚਨ ਹੋ ਗਿਆ, ਪਲੂਰਲ ਹੋ ਗਿਆ ਇਹ ਵਾਲੇ, ਤੇ ਦੋਜ਼ ਦੈਟ ਦਾ ਬਹੁਵਚਨ ਹੋ ਗਿਆ ਉਹ ਵਾਲੇ। ਸੋ ਦਿਸ ਦਾ ਮਤਲਬ ਇਹ ਵਾਲਾ, ਦੀਜ਼ ਦਾ ਮਤਲਬ ਇਹ ਵਾਲੇ, ਦੈਟ ਦਾ ਮਤਲਬ ਉਹ ਵਾਲਾ ਜਾਂ ਉਹ ਵਾਲੀ, ਤੇ ਦੋਜ਼ ਦਾ ਮਤਲਬ ਉਹ ਵਾਲੇ। ਠੀਕ ਹੈ, ਸੋ ਡਿਮੋਨਸਟ੍ਰੇਟਿਵਸ ਆਰ ਯੂਜ਼ਡ ਇਨ ਅ ਸਿਚੁਏਸ਼ਨ ਇਨ ਵਿਚ ਦੀ ਸਪੀਕਰ ਕੈਨ ਪੁਆਇੰਟ ਟੂ ਐਨ ਆਈਟਮ। ਮੰਨ ਲਓ ਤੁਸੀਂ ਕਲਪਨਾ ਕਰਨੀ ਹੈ ਕਿ ਮੈਂ ਉਂਗਲ ਕਰਕੇ ਇਸ਼ਾਰਾ ਕਰ ਰਿਹਾ, ਜੇ ਤੇ ਚੀਜ਼ ਮੇਰੇ ਲਾਗੇ ਪਈ ਹੈ ਫਿਰ ਮੈਂ ਕਹਾਂਗਾ ਇਹ ਵਾਲੀ, ਮੇਰੇ ਲਾਗੇ ਪਈ ਹੈ, ਮੇਰੇ ਸਾਹਮਣੇ ਪਈ ਹੈ, ਮੇਰੇ ਸੱਜੇ ਖੱਬੇ ਬਿਲਕੁਲ ਮੇਰੇ ਨਾਲ, ਮੇਰੀ ਪਹੁੰਚ ਵਿੱਚ ਹੈਗੀ ਹੈ, ਤੇ ਫਿਰ ਮੈਂ ਕਹਾਂਗਾ ਇਹ ਵਾਲੀ, ਇਹ ਵਾਲਾ। ਤੇ ਜੇ ਪਰੇ ਪਈ ਹੈ, ਮੈਂ ਬੈਠਾ ਕਿਤੇ ਤੇ ਦੂਰ ਪਈ ਹੈ, ਕੁਝ ਫੁੱਟ ਦੂਰ, ਮੇਰੀ ਪਹੁੰਚ ਤੋਂ ਪਰੇ ਹੈਗੀ ਹੈ, ਮੈਨੂੰ ਖੜੇ ਹੋ ਕੇ ਉੱਥੇ ਜਾਣਾ ਪਏਗਾ, ਮੈਂ ਇਸ਼ਾਰਾ ਕਰਕੇ ਕਿਸ ਨੂੰ ਦੱਸ ਰਿਹਾ, ਫਿਰ ਮੈਂ ਕਹਾਂਗਾ ਉਹ ਵਾਲੀ, ਉਹ ਵਾਲਾ, ਤੇ ਜੇ ਬਹੁਵਚਨ ਹੈ ਉਹ ਵਾਲੇ। ਠੀਕ ਹੈ, ਆਓ ਦੇਖੀਏ ਹੁਣ, ਇਹ ਤੇ ਸੌਖਾ ਹੀ ਹੈ। ਫॉर एग्जाम्पल, डू यू वॉन्ट दिस पीस ऑफ केक। ਅਸੀਂ ਟੇਬਲ ਤੇ ਬੈਠੇ ਹਾਂ, ਚਾਹ ਪਾਣੀ ਪੀ ਰਹੇ ਹਾਂ, ਕੇਕ ਦੇ ਪਏ ਟੁਕੜੇ, ਤੇ ਮੈਂ ਕਿਸੇ ਨੂੰ ਪੁੱਛਦਾ ਡੂ ਯੂ ਵਾਂਟ ਦਿਸ ਪੀਸ ਆਫ ਕੇਕ, ਕੀ ਤੁਹਾਨੂੰ ਕੇਕ ਦਾ ਇਹ ਵਾਲਾ ਟੁਕੜਾ ਚਾਹੀਦਾ ਹੈ। ਅੱਗੇ ਆਈ ਡੋਂਟ ਵਾਂਟ ਟੂ ਵਾਚ ਦੈਟ ਮੂਵੀ। ਹੁਣ ਗੱਲ ਹੋ ਰਹੀ ਹੈ, ਮੂਵੀ ਘਰ ਥੋੜੀ ਕਿਤੇ ਸਿਨੇਮਾ ਹਾਲ 'ਚ ਲੱਗੀ ਹੋਈ ਹੈ, ਕੋਈ ਗੱਲ ਹੋ ਰਹੀ ਹੈ। ਆਈ ਡੋਂਟ ਵਾਂਟ ਟੂ ਵਾਚ ਦੈਟ ਮੂਵੀ, ਮੈਂ ਉਹ ਵਾਲੀ ਫਿਲਮ ਨਹੀਂ ਦੇਖਣਾ ਚਾਹੁੰਦਾ। ਫਿਰ ਅਗਰ ਦੀਜ਼ ਬਲੈਕ ਗ੍ਰੇਪਸ ਆਰ ਸਾਵਰ, ਸਾਵਰ ਮੈਨੇ ਖੱਟੇ, ਦੀਜ਼ ਮੈਨੇ ਇਹ ਵਾਲੇ, ਕਾਲੇ ਅੰਗੂਰ ਖੱਟੇ ਹਨ। ਹੀ ਵਾਂਟਿਡ ਟੂ ਹਾਇਰ ਦੋਜ਼ ਬॉयਜ਼ ਫॉर ਦੀ ਜੌਬ, ਉਹ ਵਾਲੇ ਮੁੰਡਿਆਂ ਨੂੰ
ਕੰਮ ਦੇ ਲਈ ਦਿਹਾੜੀ ਤੇ ਰੱਖਣਾ ਚਾਹੁੰਦਾ ਸੀ। देखो दिस एंड दीज पॉइंट टू दी आइटम्स क्लोज टू अस, ਜਿਹੜੇ ਨੇੜੇ ਨੇ, क्लोज टू मैंने ਨੇੜੇ ਮੇਰੇ। दैट एंड दोज रेफर टू आइटम्स फार अवे, परे किते दूर। नोट आल्सो दिस एंड दैट आर सिंगुलर, एवं तुहानूं दस्सिया पहले भी दिस एंड दैट सिंगुलर, वाइल दीज एंड दोज आर प्लूरल। दिस दा प्लूरल हो जाएगा दीज, दैट दा बहुवचन हो जाएगा दोज। बहुत सौखा है बच्चों ये। आओ देखिए हुण आ गया एक्टिविटी नंबर 8। लैट अस हैल्प रिचर्ड डिस्क्राइब हिज ऑफिस। तुहाडी किताब विच बच्चों एक फोटो बनी हुई है, एक बंदा दफ्तर च बैठा होया, लैपटॉप ते टेबल ते कुर्सी ते बैठा है, टेबल है, खिड़की है, अलमारियां बनियां, समान पिया है। तो हुण असीं ओह तस्वीर देख के जिहड़ा खाली स्थान जिहड़े ने भरने ने। ठीक है, राइट दिस और दीज फॉर थिंग्स दैट आर नीयर हिम। तुसीं ओह चीज़ां वास्ते दिस या दीज लिखो जिहड़ियां उहदे नेड़े हन, एंड दैट आर दोज फॉर थिंग्स दैट आर नॉट नीयर हिम, जो उहदे नेड़े नहीं हन। वन हैज़ बीन डन फॉर यू, दिस लैपटॉप इज़ न्यू। ਇਹ वाला लैपटॉप नवा है, क्योंकि लैपटॉप तो काम कर रहा है, वो नेड़े है। अगे चलिए बाकी असीं भरना है। ਇਹ तो बच्चे बड़ा ही सौखा है, ਇਹ तो देख के तुसीं दस सकते हो। दैट वुडन कैबिनेट इज़ फॉर हिज पेपर्स। हुण ਉਹ वाला ਲੱਕੜ ਦੀ अलमारी ਉਹਦੇ कागजात रखण ਲਈ है, ਉਹਦੇ परे हैगी है। दोज बुक्स आर अबाउट बिजनेस। ਉਹ किताबां, ਹੁਣ किताबां भी परे पईयां उतों, आर अबाउट बिजनेस, ਵਪਾਰ ਦੇ ਨਾਲ ਸੰਬੰਧਿਤ ਹਨ। दैट कंप्यूटर, कंप्यूटर भी परे पे है, इज़ आल्सो न्यू, वो कंप्यूटर भी नवा है। दैट डस्टबिन इज़ वेरी गुड, वो डस्टबिन बड़ा वधिया है, वो भी परे पे है। दीज कर्टेन्स आर वेरी ओल्ड, हुण कर्टेन्स उहदे सामने हैगे ने। ਇਹ वाले पर्दे बड़े पुराने हैं। दैट प्लांट इज़ ब्यूटीफुल, वो पौधा सोहना है, हुण प्लांट भी परे पे है। दोज वुडन हॉर्सिज आर नाइस, वो देखो तुसीं ਉਹਦੇ ਲੱਕੜ ਦੇ ਘੋੜੇ ਉਹਦੇ ਪਰੇ ਪਏ ਨੇ ਸ਼ੈਲਫ ਦੇ ਉੱਤੇ, ਜਿਹੜੀ ਥੱਲੇ ਵਾਲੀ ਸ਼ੈਲਫ ਹੈਗੀ ਹੈ ਨਾ, ਉਹ ਲੱਕੜ ਦੇ ਘੋੜੇ ਬੜੇ ਵਧੀਆ ਹਨ। ਡੈਟ ਕੇਜ, ਕੇਜ ਹੁੰਦਾ ਬੱਚੋ ਪਿੰਜਰਾ। ਡਜ਼ ਨਾਟ ਹੈਵ ਅ ਰੀਅਲ ਬਰਡ, ਉਸ ਪਿੰਜਰੇ ਵਿੱਚ ਅਸਲੀ ਪੰਛੀ ਨਹੀਂ ਹੈ, ਉਸ ਪਿੰਜਰੇ ਵਿੱਚ। ਡੈਟ ਪਰੇ ਪਿਆ। ਦੋਜ਼ ਡਰਾਵਰਸ ਨੀਡ ਰਿਪੇਅਰਸ, ਡਰਾਜ ਮੈਨੇ ਡਰਾਅਰ ਹੁੰਦਾ ਬੱਚੋ ਦਰਾਜ, ਹੁਣ ਦਰਾਜ ਹੀ ਉਹ ਤੋਂ ਪਰੇ ਪਏ ਨੇ है ना। वो अलमारी जी बनी हुई है, वड्डी पूरी बनी हुई है, वो दराज है, उन्होंने कहने ड्रॉवर, दराज नूं। दोज ड्रॉवर्स नीड रिपेयर, वो दराज मुरम्मत मंगते हैं, उन्हां दराजां नूं मुरम्मत की लोड़ है, रिपेयर की लोड़ है उन्हां नूं, वो परे ने। यह तो बड़ा सौखा सी प्यारे बच्चों। आओ अगे चलिए हुण आ गया बच्चों क्वांटीफायर्स। क्वांटीफायर बच्चे होंदा है जो किसी चीज़ की गिनती या किसी चीज़ का माप नाम का दसदे होण। क्वांटीफायर्स आर डिटरमिनर्स दैट इंडिकेट हाउ मच, किन्ना, किन्ना ज़्यादा, किन्ना थोड़ा, किन्नी गिनती, सारे, थोड़े, ज़्यादा, ਇਹ ਜਿਹੜੇ ਹੁੰਦੇ ਨੇ ਇਹ ਕੁਆਂਟੀਫਾਇਰ ਹੁੰਦੇ ਨੇ। ऑफ द नाउन, ਜਿਹੜੀ ਨਾਮ ਹੈਗਾ, ਜਿਹੜਾ ਨਾउन ਹੈਗਾ ਉਹਦੇ ਬਾਰੇ ਗੱਲਬਾਤ ਹੋ ਰਹੀ ਹੈ। ਸੋ ਦੇ ਇਨਕਲੂਡ ਵਰਡਸ ਐਜ਼ ਸਚ ਐਜ਼ ਆਲ, ਸਾਰੇ, ਆ ਫਿਊ, ਥੋੜੇ, ਮੈਨੀ, ਬਹੁਤ ਸਾਰੇ। सो ਇਹ ਜਿਹੜੇ वर्ड होंगे ने इन्हों कहा जाता है क्वांटीफायर्स है, यह भी डिटरमिनर ही है ना बच्चों। आओ अगे चलिए हुण एग्जाम्पल है, देखो यह मैं लाल करता है क्योंकि मिसप्रिंटिंग हो गई है इन्हों को, ठीक है ना, किताब तो मैं लाल किया, मैं छड्डिया नहीं, हटाया नहीं, ताकि तुसीं कन्फ्यूज़ ना हो जाओ, क्योंकि वो किताब जो लिख रहे हैं वो मेल नहीं खाती गल। ठीक है, शी रेड ऑल द बुक्स, हुण किताबां पईयां घर च, ऑल दी बुक्स खास किताबां की गल हो रही है। कहते उन्हें सारिया किताबां पढ़ लईयां, ऑल दी बुक्स। फिर आ गया शी लाइकड ऑल द स्वीट्स इक्वली। उन्हें सेंटेंस की ग्रैमर में गलती नहीं हैगी, ग्रैमर च गलती नहीं हैगी, इदा भी लिख सकते हैं। शी लाइकड ऑल द स्वीट्स इक्वली, उन्होंने सारिया मिठाइयां बराबर पसंद आईयां। यह तो है जी मिठाइयां घर च पईयां या दुकान च पईयां जिथे खास स्वीटां की गल हो रही है, पर जोड़ा उन्होंने उदाहरण देना सीगा वो कह रहे जनरल भी गल की जा सकती है। शी लाइकड ऑल स्वीट्स इक्वली, ਇਹਦਾ मतलब कि कोई भी मिठाइयां होण उन्होंने सारियां पसंद आईयां। सो इत्थे दी आ भी सकता है, नहीं भी आ सकता। मैं तां लाल किया है क्योंकि उदाहरण में वो कह रहे हैं दी तो बिना वरत्या जा सकता है, तां मैं हटाया, तो इत्थे गलती ना छपिया। मतलब कि यह सेंटेंस में ग्रैमर के तौर पर कोई गलती नहीं होएगी, ठीक है, पर उदाहरण जो अगे एक्सप्लेनेशन आएगी अगे जाके वो गल मेल नहीं खाती। हम देखो अगे आ फ्यू चिल्ड्रन लाइक बीन्स। चलिए बच्चों आ फ्यू होंगे ना, यदा मतलब बहुत थोड़े, आ फ्यू मतलब बहुत थोड़े। आ फ्यू चिल्ड्रन लाइक बीन्स, बहुत थोड़े बच्चों
फलियां पसंद हन। सो दी स्कूल कैंटीन, इस करके स्कूल की कैंटीन ने स्टॉप्ड, रोक दिता, सर्विंग बीन्स टू दैम, इस करके स्कूल की कैंटीन ने बच्चों नूं फलियां परोसणियां बंद कर दित्तियां। सर्विंग मैंने परोसना, स्टॉप्ड मैंने बंद करतियां, बीन्स मैंने फलियां। बहुत थोड़े बच्चे फलियां पसंद करते हैं, इस करके स्कूल की कैंटीन ने उन्होंने फलियां परोसणियां बंद कर दित्तियां। फिर मैनी होंदा है बहुत सारे, मैनी किटन्स, बहुत सारे बलूंगड़े, आर टॉट, पढ़ाए जाते हैं, ट्रेंड किए जाते हैं, सिखलाए जाते हैं, टू हंट, हंट मैंने होंदा शिकार करना, बाय देयर मदर्स, अपनी मावां वल्लों। बहुत सारे बलूंगड़े अपनी मावां वल्लों शिकार करन दी सिखलाई उन्होंने दिती जाती है मावां वल्लों। बहुत सारिया मावां अपने ਜਿਹੜੇ ਬਲੂੰਗੜੇ ਨੇ ਉਹਨਾਂ ਨੂੰ शिकार करने की सिखलाई ਦਿੰਦੀਆਂ ਹਨ। ठीक है, आओ अगे चलिए हम। Note that all can be used with other determiners to specify which particular items are being discussed। देखो all the books in the pile, ठीक है ना। ਹੁਣ देखो बच्चों दी भी है, दी भी डिटरमिनर है तो all भी डिटरमिनर है, ਤਾਂ ਉਹ ਕਹਿ ਰਿਹਾ कि note that all can be used with other determiners to specify विच पर्टिकुलर आइटम्स बीइंग डिस्कस्ड। हुण दी बुक्स खास किताबां की गल हो रही है, तो कितनियां किताबां, सारियां किताबां, ऑल। सो ऑल भी एक डिटरमिनर हो गया तो दी भी डिटरमिनर हो गया। ऑल जिहड़ा है क्वांटीफायर हो गया तो दी जिहड़ा है आर्टिकल हो गया, तो आर्टिकल विच भी किहड़ा आर्टिकल हो गया, डेफिनेट आर्टिकल हो गया। हुण कहंदे इन दिस केस दी क्वांटीफायर ऑलवेज कम्स बिफोर दी आर्टिकल और डिमोनस्ट्रेटिव। जिहड़ा है डिटरमिनर है ऑल है क्वांटीफायर, यह कहते आर्टिकल तो पहले आएगा या डिमोनस्ट्रेटिव तो पहले आएगा और डिमोनस्ट्रेटिव अगे आएगा हूँ। ठीक है, इट इज़ आल्सो पॉसिबल टू यूज़ ऑल एलोन। और जो मैं कह रही थी ना, शी लाइकड ऑल स्वीट्स इक्वली, तो मैं कह रहा इतने कहते भी ऑल जो कला भी वरत्या जा सकता है टू आइटम्स जनरली एज इन दी सैकेंड एग्जाम्पल है। देखो मैं यह गल कर रहा सीगा, उन्होंने क्या है भी दूजा उदाहरण दे के क्या है कि जो ऑल है दी दे नाल भी वरत्या जा सकता है, दी तो बिना भी वरत्या जा सकता है, पर उन्होंने दूजे उदाहरण में दी छाप दिता है। ठीक है, सो दी करके ग्रैमर की कोई गलती नहीं हुई, पर जी गल उदाहरण में समझा रहे हैं उन्हें मेल नहीं खाती, तो मैं उन्होंने लाल रंग कर दिता है, तो तुसीं उत्थों दी जिहड़ा हटा लेना है। तो यह गल तुसीं अपने टीचर के नाल भी डिस्कस कर लेनी है। सो मैं देखा अपने पंजाब स्टेट एजुकेशन बोर्ड की किताबों में काफ़ी छपाई की गलतियाँ आईयां ने काफ़ी। ठीक है, सो इन्होंने वे बच्चों को भुलेखा पैंदा है। तो यह देखो इट इज़ आल्सो पॉसिबल टू यूज़ ऑल एलोन, एलोन मैंने कला। पहले उदाहरण च है ऑल दी बुक्स, तो दूजे उदाहरण च होना चाहिए ऑल स्वीट्स, जिस दी नहीं वरत्या गया। यह गल सी, तां करके मैंने लाल किया। आओ अगे चलिए हुण आ गया बच्चों एक्टिविटी नंबर 9। इन दी फॉलोइंग सेंटेंसिस चूज वन ऑफ दी ऑप्शंस एंड पुट अ टिक ऑन दी राइट वन। वो कहते कि ਜਿਹੜੇ ਹੇਠ ਲਿਖੇ ਵਾਕ ਹੈਗੇ ਨੇ, इन दी फॉलोइंग सेंटेंसिस ਹੇਠ ਲਿਖੇ ਵਾਕ चूज चोण करो वन ऑफ दी ऑप्शंस, ਜਿਹੜੀ ਚੋਣਾਂ ਚੋਂ एक सही ऑप्शन चूज करो एंड पुट अ टिक ऑन दी राइट वन। उत्ते टिक मार दो, तो मैं टिक नहीं किया, मैं खाली सन भर के उत्ते अंडरलाइन कर दिता उन्होंने। ठीक है, देयर आर ओनली अ फ्यू बनानाज लेफ्ट इन दी बॉक्स। आ फ्यू आएगा, आ लिटल नहीं आएगा। बच्चों जेड़े नाम गिने जा सकन, जेड़े नाम गिने जा सकन उत्थे आएगा आ फ्यू, तो जेड़ा नाम गिनिया नहीं जा सकता उत्थे असी कवांगे आ लिटल। जिद्दां मैं कवां बच्चों देयर इज़ अ लिटल शुगर लैफ्ट इन द बॉक्स, फिर आएगा लिटल, क्योंकि जिहड़ी शुगर है खंड हैगी है वो गिनी नहीं जाती, खंड तोली जाती है। तो मैं इदा कहांगा देयर इज़ ओनली अ लिटल शुगर लैफ्ट इन दी बॉक्स, डब्बे विच बहुत थोड़ी खंड बच गई है। पर ਜਿਹੜੇ ਬਨਾਨਾਜ਼ ਨੇ ਇਹ ਗਿਣੇ ਜਾਂਦੇ ਨੇ। ठीक है बच्चों, आ गिने जाते हैं, इस करके इतने हैगा अ फ्यू। ठीक है, अगला आ गया हूँ देखो लिटल, वी नीड अ लिटल बटर। हूँ बटर गिनिया नहीं जाता, बटर का भेला होंदा है, डली होंदी है। तो फॉर दिस केक, इस केक ਲਈ सानू बहुत थोड़ा मक्खन चाहिए है, बटर मैंने मक्खन। ठीक है, हूँ इतने बटर गिनिया नहीं जाता, इस करके आ गया आ लिटल। हूँ यह गलों का तुसीं ख्याल रखना है। फिर इतने आ गया देयर आर ओनली अ फ्यू डेज, डेज जड़े
ਹੁਣ ਜੇ मैं कहां टाइम फिर आएगा देयर इज़ ओनली अ लिटिल टाइम लैफ्ट समा गिणिया नहीं जाता समा किहड़े समय की गल हो रही है ना सो देयर आर ओनली अ फ्यू डेज दिन गिने जाते हैं 1 2 3 4 5 समा तो नहीं 1 2 3 करके कहते ना थोड़ा समा ज़्यादा समा ठीक है बहुता समा सो ता आएगा अ लिटल देयर इज़ ओनली अ लिटिल टाइम लैफ्ट टू गिव द रिपोर्ट्स तो जगह डेज आ गया मिनट्स आ गया वीक्स आ गया देयर आर ओनली अ फ्यू डेज लैफ्ट टू गिव द रिपोर्ट्स रिपोर्ट देने लिए बहुत थोड़े दिन बचे हैं आगे चलिए आई बॉट मैंने खरीदे बाय मैंने खरीदना बॉट मैंने खरीदे आई बॉट आ फ्यू एप्पल्स सेब फ्रॉम दिस शॉप मैं इस दुकान तो बहुत थोड़े सेब खरीदे बॉट आ फ्यू गिनती की जा सकती सेबां की ठीक है आओ अगे चलिए हुण हाउ मैनी भी उत्थे वरत्या जाता है बच्चों जिथे गिनती की जा सके हाउ मच जड़ा है उत्थे वरत्या जाता है जिथे गिनती ना की जा सके मापी जा सके हाउ मैनी पीपल लिव इन योर सिटी तुहाडे शहर विच किन्ने लोग रहिंदे हन हुण लोकां नूं गिणिया जा सकदा लोकां नूं तोलिया थोड़ी जांदा है लोकां नूं गिणिया जांदा है ठीक है फिर आ गया हाउ मच वाटर इज़ देयर इन द सी समुंदर विच किन्ना पानी है ठीक है हुण पानी गिणिया तो नहीं जाता पानी मापिया जाता लीटरां विच टनां विच है ना नापिया जाता है सो हाउ मच वाटर इज़ देयर इन द सी सो जिहड़ा नाउन मापिया जा सके ਉਹਨੂੰ ਕਵਾਂਗੇ ਮਚ ਤੇ ਜਿਹੜਾ ਨਾउन ਗਿਣਿਆ ਜਾ ਸਕੇ ਉੱਥੇ ਕਵਾਂਗੇ ਮੈਨੀ ਆਓ ਅੱਗੇ ਚੱਲੀਏ ਵੀ ਨੀਡ ਸਮ ਬੈਨਾਨਾਸ ਹੁਣ ਸਮ ਔਰ ਐਨੀ ਆ ਗਿਆ ਸਮ ਉੱਥੇ ਬੱਚੇ ਜਿੱਥੇ ਜ਼ਿਆਦਾਤਰ ਹਾਂ ਵਾਚਕ ਹੋਵੇ ਚਾਹੀਦਾ ਤੇ ਐਨੀ ਮੈਨੇ ਉੱਥੇ ਜਿੱਥੇ ਨੋਟ ਨਾ ਵਾਚਕ ਆ ਜਾਵੇ ਨਾ ਜਿੱਥੇ ਉੱਥੇ ਉੱਥੇ ਐਨੀ ਵਰਤਿਆ ਜਾਂਦਾ ਹੈ ਵੀ ਨੀਡ ਸਮ ਬੈਨਾਨਾਸ ਸਾਨੂੰ ਕੁਝ केले चाहिए हैं कुछ केले चाहिए हैं सम बनानास गिनती नहीं पता पर सानू थोड़े चाहिए ने यू कैंट बाय एनी ऑरेंजेस इन दिस शॉप हुण जे कैंट आ जाए एन आ गए कैन नॉट यू कैनॉट बाय एनी ऑरेंजेस इन दिस शॉप तुसी इस दुकान चों कोई भी संतरा नहीं खरीद सकते कोई भी नहीं तद आएगा एनी ठीक है कुछ सम कोई भी नहीं आएगा एनी यू कैनॉट बाय एनी ऑरेंजेस इन दिस शॉप तुसी इस दुकान विचों हट्टी विचों कोई भी संतरा नहीं खरीद सकते फिर आ गया देयर इज़ अ बस एवरी 2 आवर्स ईच नहीं आएगा बच्चों एवरी आएगा ए बच्चों एवरी और ईच ना एक अलग विषय है ए मैं कोशिश करांगा ਇਹਦਾ अलग ग्रामर के तौर पर विषय बनावांगा नहीं तो फिर वीडियो बहुत लंबा हो जाएगा जे मैं एवरी और ईच से हुण बोलण लग गया फिर बहुत टाइम लग जाएगा वो मैं अलग बहुत सारे ज़्यादा उदाहरण दे के मैं अलग बनावांगा ठीक है सो देयर तुसीं इत्थे बस यह लिखना है कि जिथे टाइम आवे ना टाइम तो पहले एवरी आता है एवरी डे एवरी आवर एवरी मिनट एवरी 5 किलोमीटर्स एवरी 3 आवर्स तो एवरी आएगा ईच नहीं आएगा ठीक है यह गल तुसीं मोटी मोटी हले याद रखनी है देयर इज़ अ बस एवरी 2 आवर्स हर 2 घंटे बाद इत्थे बस आउंदी है ठीक है वी एंजॉयड एवरी मिनट देखो इतने समा गया एवरी मिनट ऑफ आवर हॉलीडेज असी अपनी छुट्टियां का हर एक पल का आनंद माणिया असी अपनी छुट्टियां के हर एक पल का हर एक मिनट का आनंद माणिया आगे चलिए हुण आ गया बच्चों पोजैसिव एडजैक्टिव्स पोजैसिव का मतलब होंदा बच्चों जो जड़े किसी चीज़ की मलकीयत दसन मतलब बंदे का ਉਹਦੀ कोई चीज़ है ਉਹਦੇ ਨਾਲ ਉਹਦਾ संबंध जोड़न जिदा मैं कहूँ माई लैपटॉप मेरा लैपटॉप हिज बुक ਉਹਦੀ किताब यूअर मोटरसाइकिल ਤੁਹਾਡੀ मोटरसाइकिल सो मेरा मेरी मेरे साडा साडी साडे यह बहुवचन हो गया ਤੁਹਾਡਾ ਤੁਹਾਡੀ ਤੁਹਾਡੇ ਤੁਹਾਡਾ ਤੁਹਾਡੀ एक वचन हो गया ਤੁਹਾਡੇ बहुवचन हो गया फिर ਉਹਦਾ ਉਹਦੀ यह हो गया एक वचन हो गया थर्ड पर्सन है ना तीजा पुरख ते उन्हां दा ठीक है ओदी किताब ओदा बस्ता ओदी किट ओदे खेत ए जिहड़ा ना बच्चों इनू कहा जाता है पोजैसिव एडजैक्टिव्स जिहदा माई एक वचन हो गया यूअर जिहड़ा यूअर है एक वचन लिए भी वरत्या जाता है अंग्रेजी च बहुवचन लिए भी वरत्या जाता है हिज जिथे नर होवे पुलिंग होवे
ठीक है। हर स्त्रीलिंग होवे, इट्स न्यूट्रल होवे जिथे लिंग का कोई विचार नहीं हैगा। अवर साडा बहुवचन हो गया, देयर उन्हां दा यह बहुवचन हो गया। सो यह बच्चे सारे हैगे ने पोजेसिव एडजैक्टिव, यह भी बड़े सौखे ने। सौ देखिए उन्होंने। ओके, वेयर इज यूअर मदर, तुहाडे माता जी कित्थे हन। यूअर की है डिटरमिनर है, तो किस किस्म का डिटरमिनर है, यह है पोजेसिव एडजैक्टिव, ठीक है ना। पोजेसिव डिटरमिनर है तुहाडे मदर। दी डॉग ग्राउल्ड, जड़ा कुत्ता सी उन्हें गुर्राया, कुत्ते ने इदा किया। एंड शोड इट्स टीथ, इट्स मैंने वो अपने, उते अपने उन्हें दंद दिखाए, अर्थात कुत्ते ने दंद बाहर कढ़ के गुर्र इदा किया, ठीक है। माई बेस्ट फ्रेंड लव्स कैट्स, मेरा सब तो प्यारा दोस्त, सब तो मेरा फेवरेट दोस्त, केड़ा दोस्त, मेरा दोस्त, माई फ्रेंड लव्स कैट्स, वो बिल्लियां नूं बहुत पसंद करता है। विच वन इज हिज कार, बड़ी बहुत सारी कारां पईयां, विच वन हिज, हिज मैंने ओदी, इन्हां चों ओदी कार केड़ी है, हिज ओदी। स्पीकिंग दी ट्रुथ, सच बोलना, इज हर बेस्ट क्वालिटी, हर मैंने ओदी, बेस्ट मैंने सब तो वधिया, क्वालिटी मैंने गुण, सच बोलना ओदा सब तो वधिया गुण है, ठीक है। हर, हर मैंने ओदा। इन दी ऑटम सीजन, पतझड़ दी रुत विच, ट्रीज बूटे रुख, शैड मैंने ला दिंदे ने, देयर अपनियां, केदियां, रुखां दियां, लीव्स मैंने पत्ते झाड़ दिंदे ने। पतझड़ दी रुत विच रुख अपने पत्ते झाड़ दिंदे हन अपने, देयर, देयर मैंने रुखां दे। इट्स अवर हाउस, इट इज़ अवर हाउस, ए साडा घर है, हाउस मैंने घर, अवर मैंने साडा, हुण साडा की हो गया बच्चों, ए पोजेसिव हो गया। इट्स अवर हाउस, ए साडा घर है। दी पोजेसिव एडजैक्टिव, जिन्हों डिटरमिनर भी कहने आ, ए पोजेसिव एडजैक्टिव जिहड़े ने कम्स बिफोर दी नाउन, जिहड़ा नाउन हुंदा है, नाम है, उस तो पहले आंदा है। देखो मदर, मदर नाम है, उस तो पहले आया। टीथ नाम है, उस तो पहले आया। बेस्ट फ्रेंड जोड़ा है यह भी नाम है, यह पहले आया। कार नाम है, उस तो पहले आया। बेस्ट क्वालिटी यह नाउन फ्रेज है, कंपाउंड नाउन है, यह तो पहले आया। लीव्स नाउन है, यह तो पहले आया। हाउस नाम है, उस तो पहले आया। सो इस तरह बच्चों ध्यान दे नाल तुसीं बरीकी नाल जिहड़े पढ़ोगे तो यह सारियां बरीकियां बोली दियां तुहानूं सहजे ही समझ आ जाणगियां। आओ अगे चलिए। एक्टिविटी नंबर 10, आखिरी एक्टिविटी है बच्चों। कंप्लीट दी फॉलोइंग लैटर रिटन बाय अशोक टू दीपक, कहते हेठ लिखी जिहड़ी चिट्ठी है वो अशोक वालों दीपक नूं लिखी गई है, तो वो खाली स्थान भरो। तो खाली स्थान की भरना बच्चों, करैक्ट पोजेसिव एडजैक्टिव, जिहड़े सही पोजेसिव एडजैक्टिव ने वो इच भरने ने। तो पोजेसिव एडजैक्टिव किहड़े ने बच्चों, तुसीं याद रखना है, फर्स्ट परसन मैं दे नाल जुड़िया हुंदा है, सैकेंड परसन तू नाल जुड़िया हुंदा है, थर्ड परसन उहदे नाल जुड़िया हुंदा है। तो मेरे च की आ जाता है, मेरे च माई तो अवर आ गया, यू च कला यूअर है, तो थर्ड परसन है हिज, हर, इट्स ते देयर, बस इन्नी तो गल है, इन्नी कहानी है। हुण इन्हां विच सारा कुछ आएगा। आओ देखिए हुण। माई, हेलो दीपक, हाँ जी दीपक, सत श्री अकाल। माई नेम इज़ अशोक, मेरा नाम अशोक है। दिस इज़ माई फ्रेंड सतीश, ए मेरा शायद उसकी फोटो नाल भेजी उन्हें। दिस इज़ माई फ्रेंड सतीश, ए मेरा दोस्त सतीश है। ही इज़ 13 ईयर्स ओल्ड, वो 13 साल दी उसकी उम्र है। हिज सिस्टर, हुण देखो ही है ना बच्चों, ही पुलिंग है, तो पुलिंग वास्ते है ओदी सिस्टर, हिज केदी, सतीश दी। हिज सिस्टर इज़ 9, ਉਹਦੀ ਭੈਣ 9 ਸਾਲ ਦੀ ਹੈ। ਦੇ हैव गॉट अ पैट, ਉਹਨਾਂ ਕੋਲ ਇੱਕ ਪਾਲਤੂ ਜਾਨਵਰ है। हिज पैट इज़ अ डॉग, ਉਹਦਾ है ना। ਉਹ ਬੱਚਿਓ मैं ਇੱਥੇ ਉਹ गलती हो गई इतने, ਉਹ माफ़ करना बच्चों, मैं सारा वीडियो तो मैं चेंज नहीं कराँगा। इतने बच्चों हिज नहीं आएगा, इतने देयर, जो दो आ गए ना बच्चों, सतीश भी आ गया तो ਉਹਦੀ ਭੈਣ भी आ गई, इतने दे है, दे हैव गॉट अ पैट। माफ़ करना बच्चों, इतने प्लीज़ इनू कट के इतने कह लो देयर, THEIR, ਉਹਨਾਂ ਦਾ ਪੈਟ इज़ अ डॉग, ਉਹਨਾਂ ਦਾ। ਹੁਣ दो बंदे आ गए, देखो दे है ना, ਹੁਣ दे कौन हो गया बच्चों, एक सतीश हो गया तो एक ਉਹਦੀ ਭੈਣ हो गई। सो देयर पैट, इतने हिज नहीं आएगा बच्चों, ए मैं जल्दबाजी करता, सतीश की जगह मैं हिज लिखता सीगा, ए देयर है, क्योंकि हुण हिज ਉਹਦੀ ਭੈਣ भी हो गई, बहुवचन हो गया, दे हैव अ गॉट अ पैट, देयर पैट, देयर THEIR लिख लो, देयर पैट इज़ अ डॉग।
हुण इट्स नेम इज सीजर, हुण किहदी गल है, इट्स कुत्ते की गल है, कुत्ते का नाम इट्स सीजर। सतीश एंड आई, सतीश अते मैं गो जाने हाँ टू द स्कूल, टू द सेम स्कूल। सतीश अते मैं इक्को स्कूल च जाने हाँ, टू द सेम स्कूल मैंने इक्को स्कूल जाने हाँ। देयर आर 600 बॉयज़ एंड गर्ल्स इन आवर स्कूल, साडे स्कूल साडे स्कूल 600 मुंडे अते कुड़ियां हन। सतीश क्लास टीचर्स नेम इज मिसिज, हुण देखो ध्यान देना है, मिसिज स्त्रीलिंग है, स्त्रीलिंग है मिसिज शर्मा। सतीश दे क्लास टीचर का नाम मिसिज शर्मा है। शी हैज़ गॉट अ पैट टू, ਉਹਦੇ ਕੋਲ ਵੀ, ਕਿਹਦੇ ਕੋਲ, ਸਤੀਸ਼ ਦੀ ਕਲਾਸ ਦੀ ਟੀਚਰ ਜੋ ਮਿਸਿਸ ਸ਼ਰਮਾ ਹੈ ਉਹਦੇ ਕੋਲ ਵੀ ਇੱਕ ਪਾਲਤੂ ਹੈ, ਪਾਲਤੂ ਜਾਨਵਰ ਹੈ। ਹਰ, ਹੁਣ ਹਰ ਆ ਗਿਆ ਕਿਉਂ, ਕਿਉਂਕਿ ਸ਼ੀ ਹੈ ਇਸਤਰੀਲਿੰਗ ਹੈ। ਸੋ ਹਰ ਪੈਟ ਇਜ਼ ਅ ਕੈਟ, ਉਹਦਾ ਜੋ ਪਾਲਤੂ ਹੈ ਜਾਨਵਰ ਹੈ ਉਹ ਇੱਕ ਬਿੱਲੀ ਹੈ। ਅਵਰ क्लास टीचर इज मिस्टर गुप्ता, ठीक है। अवर क्लास टीचर इज मिस्टर गुप्ता, साडा जो क्लास का टीचर है वो मिस्टर गुप्ता है। आई लाइक हिज लैसनस, हुण मिस्टर गुप्ता की है अपना पुलिंग है, सो आई लाइक हिज लैसनस, मैनू वो सबक पसंद हैं। ही हैज़ 3 डॉग्स, वो कोल 3 कुत्ते हैं। दी डॉग्स लव टू प्ले इन हिज गार्डन, किहदे गार्डन विच, मिस्टर गुप्ता के गार्डन विच, पुलिंग है सो हिज आएगा, वो गार्डन विच, वो बाग विच, वो बगीचे विच खेलना पसंद करते हैं। नाउ हुण आई हैव अ क्वेश्चन फॉर यू, हुण मेरे कोल तेरे लिए एक सवाल है। वट इज़ यूअर पैट, तेरा पालतू जानवर केड़ा है। सो उन्हें अपने पालतू जानवर की गल दस दी, अपने दोस्त के पालतू जानवर की गल दस दी, फिर अपने टीचर के पालतू जानवर की गल दस दी। फिर कहते हैं मेरा सवाल है कि वट इज़ यूअर पैट, तेरा पालतू जानवर जड़ा है वो केड़ा है। आगे चलिए हुण लैट अस लुक एट, एंड बच्चों आखिरी है एक किस्म की समरी हैगी है, पूरा जिदा हुण खत्म कर दिता जाएगा। 2 पॉइंट है ने 2 स्लाइडों में। लैट अस लुक एट डिटरमिनर्स वंस अगेन, कहते आओ जो डिटरमिनर बारे असी पढ़िया है वो बारे असी एक झाती होर मारीए दोबारा। दी टीचर मस्ट एक्सप्लेन दी फॉलोइंग आफ्टर दी स्टूडेंट्स हैव कंप्लीटेड दी एक्टिविटीज़ ऑन डिटरमिनर्स। जो ये सारी एक्टिविटीज़ हो जान तो टीचर को चाहिए कि मुड़ के फिर इन्होंने गलों एक्सप्लेन करे। और मैं भी तुम्हें एक्सप्लेन कर रहा, तुम अपने टीचर की मदद भी लैनी है तो वीडियो देख के भी कुछ ना कुछ तुम हासिल करोगे जरूर, मैंने इस गल का यकीन है। डिटरमिनर्स ऑलवेज कम फर्स्ट इन द नाउन फ्रेज, पहली गल तो यह है कि जो नाउन है या नाउन फ्रेज है वो तो पहले आता है। डिटरमिनर्स आर अ मस्ट विद सिंगुलर नाउन्स, जिथे नाम एक वचन है उत्थे डिटरमिनर जरूर आएगा। टू स्पीक अबाउट अ जनरल सिंगुलर नाउन यूज इंडेफिनिट आर्टिकल, जे तो जड़ा नाम एक वचन है वो मोरे डिटरमिनर आना ही आना है। तो जनरल की गल हो रही है, आम की गल हो रही है, फिर ए या एन आएगा। वो तुहानूं दस चुके हैं कि उस नाउन नूं या नाउन फ्रेज नूं गुरमुखी च लिखो, जे ऊड़ा एड़ा ईडी तो शुरू होंदा है तो तुसीं एन लगाना है, तो जे ऊड़ा एड़ा ईडी तो शुरू नहीं होंदा फिर तुसीं ए लगाना है, ठीक है। टू स्पीक अबाउट अ जनरल प्लूरल नाउन डू नॉट यूज अ डिटरमिनर, तो जिहड़े आम बहुवचन की गल करनी है नाउन की, फिर जिहड़ा डिटरमिनर है उन्होंने असी नहीं वरतना। अगे देखिए आखिरी गल हुण, आखिरी बच्चे है बड़ा हुण। टू स्पीक अबाउट अ पर्टिकुलर सिंगुलर नाउन यूज अ डेफिनेट आर्टिकल, डिमोस्ट्रेटिव एडजेक्टिव, पोजेसिव एडजेक्टिव और क्वांटिफायर। हुण कहंदे जिथे बच्चे ये एक पर्टिकुलर सिंगुलर नाउन होवे, खास खास एक वचन नाम की गल हो रही होवे, उत्थे या तो फिर दी आएगा, डेफिनेट आर्टिकल दी आएगा, या डिमोस्ट्रेटिव एडजेक्टिव आएगा जिस हो गया दिस या दैट हो गया। फिर आगे पोजेसिव एडजेक्टिव आएगा जिस माई, यूअर, हिज, हर आएगा, तो क्वांटिफायर आएगा, ठीक है बच्चों। जिस आएगा हाउ मच आ सकता है, ठीक है, तो हाँ हाउ मच आएगा, या 1 2 3 4 जिदा भी ये गिनती है वो आएगा, ठीक है। टू स्पीक अबाउट पर्टिकुलर प्लूरल नाउन, हुण जे बहुवचन है तो भी असी की यूज़ करना, डेफिनेट आर्टिकल यूज़ करना, दी आएगा, तो डिमोस्ट्रेटिव एडजेक्टिव जिदा आ जाएगा अवर आ जाएगा, यूअर आ जाएगा, देयर आ जाएगा, बहुवचन आ जाएगा, ठीक है। सॉरी डिमोस्ट्रेटिव आ जाएगा दीज आ जाएगा या दोज आ जाएगा, डिमोस्ट्रेटिव दीज जो दिस का बहुवचन है, या दोज आ जाएगा जो दैट का बहुवचन है प्लूरल है। इसी तरह पोजेसिव एडजेक्टिव आ जाएगा जिहदे विच बच्चों अवर है साडा, यूअर तुहाडा बहुवचन या देयर उन्हां दा, ठीक है।
तो इस तरह आ जाएगा क्वांटिफायर आ जाएगा जिस हाउ मैनी आ जाएगा, ठीक है ना, भी किन्ने है ने गिनतियां दी है। सो आ फ्यू आ जाएगा, ठीक है। सो इस तरह मतलब कि ਇਹ ਜਿਹੜੇ ਹੈਗੇ ਨੇ ਬੱਚਿਓ ਇਹ ਉਦਾਹਰਨ ਸੀਗੇ ਡਿਟਰਮੀਨਰਸ ਦੇ। ਜੇ 4 ਕਿਸਮ ਦੇ ਡਿਟਰਮੀਨਰ ਸੀ ਪੜ੍ਹੇ ਨੇ, ਆਰਟੀਕਲ, ਫਿਰ ਡਿਮੋਨਸਟ੍ਰੇਟਿਵ, ਪੋਜੈਸਿਵਸ ਤੇ ਕੁਆਂਟੀਫਾਇਰਸ। ਸੋ ਮੈਂ ਆਸ ਕਰਦਾ ਪਿਆਰੇ ਵਿਦਿਆਰਥੀਓ ਇਹ ਬੜਾ ਹੀ ਮਹੱਤਵਪੂਰਨ ਵਿਸ਼ਾ ਸੀਗਾ। ਇਸ ਵੀਡੀਓ ਰਾਹੀਂ ਤੁਸੀਂ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ, ਇਹ ਵੀਡੀਓ ਨੂੰ ਹੋ ਸਕਦਾ ਤੁਹਾਨੂੰ ਦੁਬਾਰਾ ਫਿਰ ਦੇਖਣ ਦੀ ਲੋੜ ਵੀ ਪਵੇ, ਤੇ ਇਸ ਕਰਕੇ ਤੁਸੀਂ ਇਹਨੂੰ ਡਾਊਨਲੋਡ ਕਰ ਲਓ, ਜ਼ਿਆਦਾ ਵਧੀਆ ਰਹੇਗਾ, ਤਾਂ ਕਿ ਮੁੜ ਕੇ ਤੁਹਾਨੂੰ ਆਪਣਾ ਡਾਟਾ ਨਾ ਖਰਾਬ ਕਰਨਾ ਪਵੇ। ਤੇ ਬਾਕੀ ਮੈਂ ਆਸ ਕਰਦਾ ਕਿ ਤੁਸੀਂ ਸਾਰੀ ਗੱਲਾਂ ਆਪਣੀ ਨੋਟਬੁੱਕ ਵਿੱਚ ਨੋਟ ਕਰ ਲਈਆਂ ਹੋਣਗੀਆਂ। ਸੋ ਇਹ ਸਾਰੀ ਜਿਹੜੀ ਚੀਜ਼ ਹੈ ਇਹ ਇੱਕ ਵਾਰ ਪਹਿਲੀ ਵਾਰ ਤੁਹਾਨੂੰ ਸਮਝ ਨਹੀਂ ਆਏਗੀ। ਮੈਂ ਤੁਹਾਨੂੰ ਪਹਿਲੀ ਕਹਿ ਦੇਵਾਂ ਕਿ ਤੁਸੀਂ ਇਸ ਗੱਲ ਤੋਂ ਘਬਰਾਉਣਾ ਨਹੀਂ ਹੈਗਾ। ਇਹ ਜਿਹੜਾ ਲੈਸਨ ਹੈ ਸਬਕ ਹੈ ਹੋ ਸਕਦਾ ਤੁਹਾਨੂੰ ਇਹਨੂੰ 3-4 ਵਾਰ ਅਲੱਗ-ਅਲੱਗ ਮੌਕਿਆਂ 'ਤੇ ਪੜ੍ਹਨਾ ਪਵੇ, ਤੇ ਜਿਹੜੀ ਐਕਟੀਵਿਟੀਜ਼ ਹੈ ਉਹਦਾ ਅਭਿਆਸ ਵੀ ਤੁਸੀਂ ਦੁਬਾਰਾ ਜ਼ਰੂਰ ਕਰਨਾ ਹੈ। ਸੋ ਇਸ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਹੈਗੀ ਹੈ। ਤੁਸੀਂ ਡਟ ਕੇ ਪੜ੍ਹਾਈ ਕਰੋ ਤੇ ਜੀਵਨ ਵਿੱਚ ਅਨੁਸ਼ਾਸਨ ਨੂੰ ਲੈ ਕੇ ਆਓ, ਤਾਂ ਕਿ ਤੁਸੀਂ ਕਾਮਯਾਬੀ ਦੀ ਬੁਲੰਦੀਆਂ ਨੂੰ ਛੂ ਸਕੋ। ਸੋ ਸਾਰੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ, ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਉਦਮ ਦਾ ਲਾਹਾ ਲੈ ਸਕਣ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।